श्री वाहिगुरु साहिब जीओ। फिरत फिरत प्रभ आया, परया तो शरणाए। नानक की प्रभ बेनती, अपनी भगति लाए। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਰਕਾਲ ਕਮਾਈ। ਰੇਤ ਅੱਕ ਆਹਾਰ ਕਰ, ਰੋੜਾਂਗੀ ਗੁਰ ਕਰੀ ਵਿਛਾਈ। ਪਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸੋ ਬਣਿਆ। ਬਾਬਾ ਪੈਂਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ। ਬਾਬਾ ਦੇਖੇ ਧਿਆਨ ਧਰ, ਜਲਤੀ ਸਾ ਪ੍ਰਥਮੀ ਦਿਸ ਆਈ। ਬਾਜੋਂ ਗੁਰੂ ਗੁਬਾਰ ਹੈ, ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਤਰਤ ਲੁਕਾਈ। ਚੜਿਆ ਸੋਧਣ ਤਰਤ ਲੁਕਾਈ। ਬਾਬੇ ਭੇਖ ਬਣਾਇਆ, ਉਦਾਸ ਚਲਾਈ। ਚੜਿਆ ਸੋਧਣ ਤਰਤ ਲੁਕਾਈ। ਚੜਿਆ ਸੋਧਣ ਤਰਤ ਲੁਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪਾਂ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੀਵਨ ਦੀ ਗਾਥਾ ਆਰੰਭ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਪਏ ਕਬੂਲ ਖਸਾਮਨਾ ਜਾਂ ਘਾਲ ਮਰਦੀ ਘਾਲੀ। ਮਰਦਾਂ ਵਾਲੀ ਘਾਲਣਾ ਘਾਲੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਉਹ ਆਪਾਂ ਸਾਰੇ ਅੱਗੇ ਵਿਚਾਰ ਕਰ ਚੁੱਕੇ ਹਾਂ। ਅੱਜ ਕਰਤਾਰਪੁਰ ਸਾਹਿਬ ਦੇ ਨਾਲ ਹੀ ਇੱਕ ਲੱਗਦੀ ਹੋਈ ਸਾਖੀ ਜਿਹੜੀ ਹੈ, ਘਟਨਾ ਜਿਹੜੀ ਆ, ਫਿਰ ਆਪਾਂ ਸਾਂਝੀ ਕਰਨੀ ਆ। ਫਿਰ ਅਗਲੇ ਸਮੇਂ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਵਨ ਆਪਾਂ ਸਾਂਝਾ ਕਰਾਂਗੇ ਸੰਗਤ ਦੇ ਨਾਲ। ਇਸ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਧਰਮਸ਼ਾਲਾ ਬਣਾਈ ਤੇ ਉੱਥੇ ਸੰਗਤਾਂ ਆਉਂਦੀਆਂ ਜਾਂਦੀਆਂ ਨੇ। ਤੇ ਅਜੇ ਗੁਰੂ ਅੰਗਦ ਸਾਹਿਬ ਉੱਥੇ ਸਿੱਖ ਦੇ ਰੂਪ ਵਿੱਚ ਘਾਲਣਾ ਘਾਲ ਰਹੇ ਨੇ। ਆਈ ਗਈ ਸੰਗਤ ਦੀ ਸੇਵਾ ਕਰਦੇ ਨੇ, ਧਰਮਸਾਲ ਦੀ ਸਾਂਭ ਸੰਭਾਲ ਕਰਦੇ ਨੇ। ਗੁਰੂ ਕਾ ਇਸ਼ਨਾਨ ਕਰਾਉਣਾ, ਚੱਕੀ ਪੀਣੀ, ਪੱਖਾ ਝੱਲਣਾ, ਪਾਣੀ ਲਿਆਉਣਾ ਖੂਹ ਤੋਂ, ਇਸ਼ਨਾਨ ਕਰਾਉਣਾ, ਇਹ ਗੁਰੂ ਕੀ ਸੇਵਾ 'ਚ ਸ਼੍ਰੀ ਲਹਿਣਾ ਜੀ ਲੱਗੇ ਹੋਏ ਨੇ। ਇੱਕ ਦਿਨ ਫਿਰ ਇੱਥੇ ਕੋਈ ਸੰਗਤਾਂ ਆਉਂਦੀਆਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ। ਤੇ ਸੰਗਤਾਂ ਕੋਈ ਬਹੁਤੀ ਦੂਰ ਤੋਂ ਨਹੀਂ ਆਈਆਂ, ਇੱਥੋਂ ਕੋਈ 10-12 ਕਿਲੋਮੀਟਰ ਇੱਕ ਪਿੰਡ ਹਟਵਾਂ ਵਾ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ। ਉਹ ਕਰਤਾਰਪੁਰ ਹੁਣ ਪਰਲੇ ਪਾਸੇ ਰਹਿ ਗਿਆ ਕੰਡਿਆਲੀ ਤਾਰ ਦੇ, ਤੇ ਉਹ ਪਿੰਡ ਉਰਲੇ ਪਾਸੇ ਆ, ਜਿਹਦੀ ਅੱਜ ਆਪਾਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਵੇਂ ਇੱਕ ਪੀਰ ਨੂੰ ਸੋਧਣ ਜਾਂਦੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ। ਇਹ ਸਾਡਾ ਅੱਜ ਵਿਸ਼ਾ ਵਾ। ਉਹ ਸੰਗਤਾਂ ਆਉਂਦੀਆਂ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਸੰਗਤਾਂ ਨੇ ਆਣ ਕੇ ਪਿੰਡ ਵਾ ਲਾਗੇ
ਕੁਠਿਆਲਾ। ਉਹਨਾਂ ਨੇ ਆਣ ਕੇ ਸੰਗਤਾਂ ਨੇ ਦੱਸਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਲਾਗਲੇ ਪਿੰਡ ਤੋਂ ਸੰਗਤਾਂ ਦਰਸ਼ਨ ਕਰ ਆਈਆਂ। ਪਿੰਡ ਦਾ ਨਾਮ ਕੁਠਿਆਲਾ। ਸੰਗਤਾਂ ਕਹਿੰਦੀਆਂ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਪਿੰਡ ਦੇ ਵਿੱਚ ਕੋਈ ਮਰੀਦ ਰਹਿੰਦੇ ਨੇ, ਪੀਰ ਰਹਿੰਦੇ ਨੇ ਤੇ ਬੜੇ ਕਰਾਮਾਤੀ ਨੇ। ਕਿਉਂਕਿ ਇਹ ਕਰਾਮਾਤਾਂ ਜਾਂ ਤੇ ਜੋਗੀਆਂ ਕੋ ਹੁੰਦੀਆਂ ਨੇ ਤੇ ਜਾਂ ਫਿਰ ਪੀਰਾਂ ਕੋ ਹੁੰਦੀਆਂ ਸੀ। ਪੰਡਤਾਂ ਦੇ ਕੋਲ ਕਰਾਮਾਤਾਂ ਨਹੀਂ ਸੀ ਹੁੰਦੀਆਂ, ਕਿਉਂਕਿ ਉਹ ਚਲੀਸੇ ਨਹੀਂ ਸੀ ਕੱਟਦੇ, ਉਹ ਤਪ ਨਹੀਂ ਸੀ ਕਰਦੇ ਹੁੰਦੇ। ਉਹ ਕੇਵਲ ਆਪਣਾ ਰੋਟੀ ਪਾਣੀ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਧਰਮ ਸਥਾਨਾਂ 'ਤੇ ਬੈਠ ਕੇ ਆਪਣਾ ਰੋਟੀ ਪਾਣੀ ਚਲਾਉਂਦੇ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਜਾਂ ਜੋਗੀ ਮਿਲੇ ਕਰਾਮਾਤੀ ਤੇ ਜਾਂ ਫਿਰ ਪੀਰ। ਪੰਡਤ ਕੋਈ ਨਹੀਂ ਕਰਾਮਾਤੀ ਮਿਲਿਆ, ਕਿਉਂਕਿ ਜਿਹੜੀਆਂ ਕਰਾਮਾਤਾਂ ਨੇ ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਚਲੀਸੇ ਕੱਟਣੇ ਪੈਂਦੇ ਨੇ, ਮੰਤਰ ਜਪਣੇ ਪੈਂਦੇ ਨੇ, ਭੁੱਖਾਂ ਧਿਆਂ ਕੱਟਣੀਆਂ ਪੈਂਦੀਆਂ ਨੇ। ਪਰ ਮਹਾਰਾਜ ਨੇ ਇਹ ਵੀ ਨਾਲ ਕਹਿ ਦਿੱਤਾ ਵੀ ਏਡੀ ਕੋਈ ਸਖਤ ਕਰਕੇ ਕੋਈ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਵੀ ਲਵੇ ਤੇ ਇਹ ਰੱਬ ਦੀ ਦਰਗਾਹ 'ਚ ਕਬੂਲ। ਰਿੱਧ ਸਿੱਧ ਅਵਰਾ ਸਾਧ, ਇਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਕੋਈ ਬੰਦਾ ਆਪਣੀ ਪੂਜਾ ਤਾਂ ਕਰਾ ਸਕਦਾ ਹੈ, ਲੋਕਾਂ ਨੂੰ ਵਰ ਸਰਾਫ ਤੇ ਦੇ ਸਕਦਾ ਹੈ, ਪਰ ਇਹ ਰਿੱਧੀਆਂ ਸਿੱਧੀਆਂ ਮਹਾਰਾਜ ਕਹਿੰਦੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੀਆਂ। ਸਾਹਿਬ ਨੇ ਕਿਹਾ ਕਿ ਪੂਜ ਲੱਗੇ ਪੀਰ ਆਖੀਏ। ਕੋਈ ਆਪਣੇ ਆਪ ਨੂੰ ਪੀਰ ਸਦਾਵੇ ਤੇ ਲੋਕ ਉਹਦੀ ਪੂਜਾ 'ਚ ਲੱਗੇ ਹੋਣ। ਇਹ ਚੱਲ ਕੇ ਅੱਗੇ ਆਪਾਂ ਇਹਦਾ ਵਿਆਖਿਆ ਕਰਾਂਗੇ। ਉਹ ਫਿਰ ਜਦੋਂ ਸੰਗਤਾਂ ਨੇ ਆਖਿਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਪਿੰਡ ਵਿੱਚ ਨਾ ਪੀਰ ਨੇ ਤੇ ਬੜਾ ਕਰਾਮਾਤੀ ਨੇ ਤੇ ਲੋਕਾਂ ਨੂੰ ਡਰਾਉਂਦੇ ਤੇ ਧਮਕਾਉਂਦੇ ਵੀ ਨੇ ਤੇ ਵਰ ਸਰਾਫ ਵੀ ਦਿੰਦੇ ਨੇ ਤੇ ਲੋਕੀ ਉਹਨਾਂ ਦੀ ਪੂਜਾ ਬੜੀ ਕਰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਅਸੀਂ ਉੱਥੇ ਆਵਾਂਗੇ ਤੁਹਾਡੇ, ਫਿਰ ਵੇਖਾਂਗੇ ਕੌਣ ਨੇ ਉਹ। ਕਿਉਂਕਿ ਜਿੱਥੇ ਪ੍ਰਜਾ ਰਾਜਾ ਵੀ ਦੁਨੀਆ ਨੂੰ ਤੰਗ ਕਰਦੇ ਸੀ, ਰਾਜੇ ਸੀ ਮੁਕੱਦਮ ਕੁੱਤੇ, ਉੱਥੇ ਇਹ ਜੋਗੀ ਸਿੱਧ ਪੀਰ ਵੀ ਲੋਕਾਂ ਨੂੰ ਵਰ ਸਰਾਪ ਦੇ ਕੇ ਤੇ ਮਗਰ ਲਾ ਲੈਂਦੇ ਸੀ ਆਪਣੇ। ਉਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਗੁਰਦਾਸ ਦੀ ਵਾਰ ਤੋਂ ਸੁਣੀ, ਕਹਿੰਦੇ ਨੇ ਚੜਿਆ ਸੋਧਣ ਤਰਤ ਲੁਕਾਈ। ਭਾਈ ਗੁਰਦਾਸ ਨੇ ਕਿਹਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਧਰਤੀ ਨੂੰ ਸੋਧਣ ਵਾਸਤੇ ਚੜ੍ਹਾਈ ਕਰ ਦਿੰਦੇ ਨੇ ਆਪਣੀ। ਤੇ ਇੱਕ ਦਿਨ ਫਿਰ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਆਖਿਆ ਵੀ ਚਲੋ ਅੱਜ ਚੱਲੀਏ ਉਸ ਪਿੰਡ ਵਿੱਚ, ਚੜ੍ਹਾਈ ਕਰਕੇ ਚੱਲੀਏ ਤੇ ਉੱਥੇ ਪੀਰ ਨੂੰ ਸੋਧਾ ਲਾ ਕੇ ਆਈਏ। ਤੇ ਕਿਸੇ ਸਿਆਣੇ ਨੇ ਲਿਖਿਆ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਵੇਂ ਚੜ੍ਹਾਈ ਕਰਦੇ ਸੀ ਤੇ ਕਿਵੇਂ ਸੋਧਾ ਲਾਉਂਦੇ ਸੀ। ਆ ਜਿਹੜੇ ਅਸੀਂ ਸੋਧੇ ਸਾਧੇ ਲਾਏ, ਇਹਨਾਂ ਨਾਲ ਸਾਡਾ ਨੁਕਸਾਨ ਹੀ ਹੋਇਆ ਵਾ, ਫਾਇਦਾ ਕੋਈ ਨਹੀਂ ਹੋਇਆ ਸੋਧਿਆਂ ਸਾਧਿਆਂ ਨਾਲ। ਉਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਵੇਂ ਚੜ੍ਹਾਈ ਕਰਦੇ ਨੇ ਤੇ ਕਿਵੇਂ ਪੀਰ ਨੂੰ ਸੋਧਾ ਲਾਉਂਦੇ ਨੇ। ਜਿਉਂ ਜੋ ਦਾ ਰਣ ਮੇ ਚੱਲ ਜਾਈ, ਤਿਉਂ ਗੁਰੂ ਨਾਨਕ ਕਰਤ ਚੜ੍ਹਾਈ। ਹੁਣ ਸੋਧਾ ਲਾਉਣ ਜਾਣਾ ਹੈ ਤੇ ਉਦਾਹਰਨ ਕੀ ਦਿੱਤੀ ਵੀ ਜੋ ਦਾ ਰਣ ਮੇ ਚੱਲ ਜਾਈ। ਜਿਸ ਤਰ੍ਹਾਂ ਇੱਕ ਸੂਰਮਾ ਮੈਦਾਨੇ ਜੰਗ ਵਿੱਚ ਤਿਆਰੀ ਕਰਕੇ ਜਾਂਦਾ ਹੈ, ਉਹਦੇ ਕੋਲ ਘੋੜਾ ਹੁੰਦਾ ਹੈ, ਉਹਦੇ ਘੋੜੇ ਦੇ ਉੱਤੇ ਉਹਨੇ ਇੱਕ ਝੰਡਾ ਵੀ ਬੱਧਾ ਹੁੰਦਾ ਵਾ, ਉਹਦੇ ਦੇ ਕੋਲ ਇੱਕ ਨੇਜਾ ਵੀ ਹੁੰਦਾ ਵਾ, ਉਹਦੇ ਕੋਲ ਖੰਡਾ ਵੀ ਹੁੰਦਾ, ਉਹਦੇ ਕੋਲ ਸੰਜੋਗ ਵੀ ਹੁੰਦਾ ਵਾ। ਤਾਂ ਜਾ ਕੇ ਕਿਤੇ ਕਿਸੇ ਨੂੰ ਸੋਧਾ ਲੱਗਦਾ, ਤਾਂ ਜਾ ਕੇ ਕਿਸੇ ਦੇ ਨਾਲ ਲੜਿਆ ਜਾਂਦਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ ਕਿਹੜੇ ਕਿਹੜੇ ਹਥਿਆਰ ਸਨ ਤੇ ਜਿਹਦੇ ਬਾਰੇ ਭਾਈ ਗੁਰਦਾਸ ਨੇ ਲਿਖਿਆ ਵੀ ਚੜਿਆ ਸੋਧਣ ਤਰਤ ਲੁਕਾਈ। ਤੇ ਜੋ ਦਾ ਰਣ ਮੇ ਚੱਲ ਜਾਈ। ਜਿਸ ਤਰ੍ਹਾਂ ਇੱਕ ਮੈਦਾਨੇ ਜੰਗ ਵਿੱਚ ਸੂਰਮਾ ਜਾਂਦਾ ਨਾ, ਗੁਰੂ ਨਾਨਕ ਸੱਚੇ ਪਾਤਸ਼ਾਹ ਫਿਰ ਇਸ ਤਰ੍ਹਾਂ ਚੜ੍ਹਾਈ ਕਰਦੇ ਨੇ ਅਗਲੀ ਨੂੰ ਸੋਧਣ ਵਾਸਤੇ। ਤਿਉਂ ਗੁਰੂ ਨਾਨਕ ਚੱਲ ਜਾਈ।
ਤੇ ਸੂਰਮੇ ਦੇ ਕੋਲ ਘੋੜਾ ਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਕੋਲ, ਕਿਉਂਕਿ ਚਾਰ ਤਰ੍ਹਾਂ ਦੀ ਫੌਜ ਮੰਨੀ ਆ ਸਿਆਣਿਆਂ ਨੇ, ਚਤਰੰਗਾ ਫੌਜ ਕਹਿੰਦੇ ਨੇ। ਪੈਦਲ ਚੱਲਣ ਵਾਲੇ, ਘੋੜਿਆਂ ਤੇ, ਰੱਥਾਂ ਦੇ ਤੇ ਹਾਥੀਆਂ ਤੇ, ਇਹ ਚਾਰ ਤਰ੍ਹਾਂ ਸੂਰਮੇ ਮੈਦਾਨੇ ਜੰਗ ਵਿੱਚ ਜਾਂਦੇ ਸੀ ਪੁਰਾਣੇ ਸਮੇਂ। ਹੁਣ ਤੇ ਚਲੋ ਸਮਾਂ ਬਦਲ ਗਿਆ, ਹੁਣ ਤੇ ਗੱਡੀਆਂ ਆ ਗਈਆਂ, ਹੈਲੀਕਾਪਟਰ ਆ ਗਏ, ਮਿਜ਼ਾਈਲਾਂ ਆ ਗਈਆਂ, ਕਹਾਣੀ ਗਾਂਹ ਦੀ ਗਾਂਹ ਤੁਰ ਗਈ। ਉਹ ਪੁਰਾਣੇ ਸਮੇਂ 'ਚ ਫਿਰ ਕਿਵੇਂ ਸੂਰਮਾ ਮੈਦਾਨੇ ਜੰਗ ਵਿੱਚ ਜਾਂਦਾ ਸੀ, ਤੇ ਉਹ ਲਿਖਦੇ ਨੇ, ਭਿੱਜੋਂ ਜੋਧਾ ਰਣ ਮੇ ਚਲ ਜਾਈ, ਤਿਉਂ ਗੁਰੂ ਨਾਨਕ ਕਰਤ ਚੜਾਈ। ਤੇ ਯੋਧੇ ਦੇ ਕੋਲ, ਸੂਰਮੇ ਦੇ ਕੋਲ ਇੱਕ ਘੋੜਾ ਹੁੰਦਾ ਵਾ, ਜਿੱਤੇ ਉਹਨੇ ਚੜ ਕੇ। ਗੁਰੂ ਗੋਬਿੰਦ ਸਿੰਘ ਦੇ ਜਿਹੜਾ ਘੋੜੇ ਰੱਖਣ ਦਾ, ਜਾਂ ਛੇਵੇਂ ਪਾਤਸ਼ਾਹ ਦਾ ਘੋੜੇ ਰੱਖਣ ਦਾ ਮਨੋਰਥ ਇਹੋ ਸੀ ਵੀ ਜੰਗਾਂ ਕਰਨੀਆਂ। ਤੇ ਹੁਣ ਤੇ ਆਪਾਂ ਕੋਈ ਜੰਗ ਕਰਨੀ ਨਹੀਂ ਆ, ਤੇ ਹੁਣ ਘੋੜਾ ਵੀ ਕਿਸੇ ਅਰਥ ਨਹੀਂ ਆ ਸਾਡੇ। ਪਿੱਛੇ ਜੇ ਵਾਵਾ ਕੋਈ 8-10 ਸਾਲ ਦੀ ਗੱਲ ਆ, ਕੋਈ ਮੇਰੇ ਕੋਲ ਆ ਗਿਆ ਤੇ ਕਹਿੰਦਾ, ਬਾਬਾ ਜੀ ਹੈਗਾ ਘੋੜਾ ਘਾੜਾ ਵੀ ਤੁਸੀਂ ਰੱਖੋ। ਮੈਂ ਵੀ ਰੱਖ ਲੈਂਦੀ ਆ, ਪਰ ਇੱਕ ਗੱਲ ਵਾ, ਉਹਨੂੰ ਪੱਠੇ ਪਾਉਣ ਤੇ ਲਿੱਦ ਸੁੱਟਣ ਦੀ ਜ਼ਿੰਮੇਵਾਰੀ ਤੂੰ ਚੁੱਕ ਲਾ, ਤੇ ਘੋੜਾ ਰੱਖ ਲੈਂਦੇ ਆ। ਅੱਜ ਦੇ ਯੁੱਗ ਵਿੱਚ ਇਹਨਾਂ ਦੀ ਕੋਈ ਹੁਣ ਵੈਲਿਊ ਨਹੀਂ ਹੈ, ਕੋਈ ਕੀਮਤ ਨਹੀਂ ਹੈ। ਉਹ ਜਿਹੜੇ 10ਵੇਂ ਪਾਤਸ਼ਾਹ ਨੇ ਘੋੜੇ ਰੱਖੇ ਸਨ, ਜਾਂ 6ਵੇਂ ਪਾਤਸ਼ਾਹ ਨੇ ਘੋੜੇ ਰੱਖੇ ਸੀ, ਉਹ ਮੈਦਾਨੇ ਜੰਗ ਵਿੱਚ, ਤੇ ਉਦੋਂ ਇੱਕ ਥਾਂ ਤੋਂ ਦੂਸਰੇ ਥਾਂ ਤੇ ਜਾਣ ਦਾ ਇਹ ਸਾਧਨ ਵੀ ਘੋੜੇ ਹੁੰਦੇ ਸਨ। ਤੇ ਰੱਬ ਨੇ ਇਹੋ ਜਿਹਾ ਸਿਸਟਮ ਬਣਾਇਆ, ਇਹ ਸਾਰੀ ਜ਼ਿੰਦਗੀ ਖਲੋਤਾ ਰਹੂਗਾ, ਇਹਨੂੰ ਬੈਠਣ ਦੀ ਵੀ ਲੋੜ ਨਹੀਂ। ਘੋੜਾ ਇਹੋ ਜਿਹੀ ਚੀਜ਼ ਹੈ, ਇੱਕ ਨਾ ਇਹ ਸੌਂਦਾ, ਨਾ ਇਹ ਬਹਿੰਦਾ, ਖਲੋਤਾ ਰਹਿੰਦਾ। ਇਸ ਤਰ੍ਹਾਂ ਦਾ ਸਿਸਟਮ ਘੋੜੇ ਦਾ ਰੱਬ ਨੇ ਬਣਾਇਆ। ਪਰ ਅੱਜ ਦੇ ਯੁੱਗ ਵਿੱਚ ਇਹਨਾਂ ਚੀਜ਼ਾਂ ਦੀ ਹੁਣ ਕੋਈ ਬਹੁਤੀ ਲੋੜ ਨਹੀਂ ਹੈ। ਚਲੋ ਅਸੀਂ ਆਪਣੀ ਖਾਲਸਾ ਵਿਰਾਸਤ ਸਾਂਭ, ਪਰ ਅੱਜ ਕੱਲ੍ਹ ਇਹਨਾਂ ਦੀ ਕੋਈ ਬਹੁਤੀ ਹੁਣ ਲੋੜ ਨਹੀਂ ਹੈ। ਜ਼ਿੰਦਗੀ, ਸਮਾਂ ਬਦਲ ਗਿਆ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਚੜ੍ਹਾਈ ਕਰਦੇ ਨੇ, ਤੇ ਉਹ ਫਿਰ ਕਿਹੜੇ ਘੋੜੇ ਤੇ ਸਵਾਰ ਹੋ ਕੇ ਜਾਂਦੇ ਨੇ? ਚੜਿਆ ਸੋਧਨ ਧਰਤ ਲੁਕਾਈ, ਘੋੜਾ ਕੀਤੋ ਸਹਿਜ ਦਾ। ਤੇ ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਘੋੜਾ ਸੀ, ਉਹਨੂੰ ਕਹਿੰਦੇ ਨੇ ਸਹਿਜ ਦਾ ਘੋੜਾ। ਉਹ ਜਿਹੜਾ ਗੁਰੂ ਅਮਰਦਾਸ ਦੇ ਬਾਰੇ ਜਦੋਂ ਸੱਤੇ ਤੇ ਬਲਵੰਡ ਜੀ ਨੇ ਕਿਹਾ ਕਿ ਘੋੜਾ ਕੀਤੋ ਸਹਿਜ ਦਾ, ਜਤ ਕੀਓ ਪਲਾਣ, ਤਨਕ ਚੜਾਇਓ ਸਤ ਦਾ, ਜਸ ਹੰਦਾ ਬਾਣ, ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਪਾਣ, ਸਤੋਂ ਖੇਤ ਜਮਾਇਓਨ ਛਤੋ ਸ਼ਵਾਨ, ਨੇਤਰ ਸੋਈਏ ਤੇਰੀਏ ਕਿਉ ਮੈਦਾ ਖਾਣ। ਤੇ ਘੋੜਾ ਕੀਤੋ ਸਹਿਜ ਦਾ, ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਘੋੜਾ ਹੁੰਦਾ ਸੀ, ਉਹਨੂੰ ਕਹਿੰਦੇ ਨੇ ਸਹਿਜ। ਤੇ ਜਿਦ ਕੋ ਸਹਿਜ ਹੀ ਨਹੀਂ ਗਾ, ਉਹਦੇ ਕੋ ਧਰਮ ਆ ਹੀ ਨਹੀਂ ਸਕਦਾ, ਉਹਦਾ ਅੰਦਰ ਟਿਕ ਨਹੀਂ ਸਕਦਾ। ਮਰਦਾਨਾ ਕਦੀ ਕਦੀ ਕਾਲਾ ਪੈ ਜਾਂਦਾ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਕਾਲੇ ਨਹੀਂ ਪਏ ਸਾਰੀ ਜ਼ਿੰਦਗੀ। ਕਿਉਂ? ਉਹਨਾਂ ਦੇ ਕੋਲ ਸਹਿਜ ਸੀ। ਤੇ ਬਾਣੀ ਕੀ ਕਹਿੰਦੀ ਆ? ਸਹਿਜੇ ਗਾਵਿਆ ਥਾਏ ਪਏ, ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਪਿਆਰ ਉਪਜੇ, ਸਹਿਜੇ ਪ੍ਰੇਮ ਬਰਾਗ। ਜਿਦ ਕੋ ਸਹਿਜ ਨਹੀਂ ਨਾ, ਉਹਦੇ ਕੋ ਧਰਮ ਨਹੀਂ ਹੋ ਸਕਦਾ। ਸਤਾਬੀ ਬਵਦ ਆਰ ਮਨਾ, ਕਾਲਾ ਕਾਲ ਪੁਣਾ ਛੇਤੀ ਪਣ, ਇਹ ਤੇ ਸ਼ੈਤਾਨਾਂ ਦਾ ਕੰਮ ਹੈ। ਧਰਮੀ ਦੇ ਕੋਲ ਕਾਲ ਨਹੀਂ ਹੁੰਦੀ। ਧਰਮੀ ਬੜਾ ਟਿਕਿਆ ਹੁੰਦਾ ਹੈ, ਉਹ ਤੇ ਤੱਤੀ ਤਵੀ ਤੇ ਵੀ ਐਂ ਬੈਠਾ ਹੋਇਆ, ਬਿਲਕੁਲ ਸਹਿਜ 'ਚ ਬੈਠਾ ਹੋਇਆ। ਧਰਮੀ ਦੇ ਕੋਲ ਤੱਤੀ ਤਵੀ ਤੇ ਵੀ ਸਹਿਜ ਆ, ਤੇ ਸਾਡੇ ਕੋਲ ਤਾਂ ਕਿਤੇ ਸਹਿਜ ਨਾਮ ਦੀ ਚੀਜ਼ ਹੀ ਨਹੀਂ ਹੈ। ਧਰਮੀ ਤੇ ਚਾਂਦਨੀ ਚੌਂਕ ਵਿੱਚ ਵੀ ਐ ਪਿੰਜਰੇ ਵਿੱਚ ਬੰਦ ਬੜੇ ਸਹਿਜ 'ਚ ਬੈਠਾ ਹੋਇਆ ਵਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਗੁਰਿਆਈ ਦੇ ਕੇ ਤੁਰ ਪੈਂਦੇ ਧੰਨ ਗੁਰੂ ਤੇਗ ਬਹਾਦਰ, ਕੋ ਪਿੱਛੇ ਦੀ ਕੋਈ ਮੁੜ ਕੇ ਕੋਈ ਹੋੜ ਨਹੀਂ ਹੈ। ਜੇ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਤਾਂ ਸਹਿਜ 'ਚ ਬੈਠੇ ਹੋਏ ਨੇ, ਜੇ ਉਹ ਪਿੰਜਰੇ 'ਚ ਬੰਦ ਨੇ ਤੇ ਤਾਂ ਉਹ ਸਹਿਜ 'ਚ ਨੇ। ਵਾਂ ਕੋ ਸਹਿਜ ਨਾ ਜਾਈ,
ਅੱਜ ਅਸੀਂ ਪਾਠ ਪੂਜਾ ਤਾਂ ਕਰ ਲੈਨੇ, ਪਰ ਸਾਜੇ ਕੋ ਟਿਕਾਓ ਨਹੀਂ ਹੈ, ਸਹਿਜ ਨਹੀਂ ਹੈ, ਕਾਲ ਵਾ। ਤੇ ਕਾਲ ਦੇ ਵਿੱਚ ਕੋਈ ਪ੍ਰਾਪਤੀ ਨਹੀਂ ਹੁੰਦੀ। ਜਦ ਜ਼ਿੰਦਗੀ ਵਿੱਚ ਕਾਲਪਣਾ ਆ ਜੇ ਨਾ, ਤੇ ਫਿਰ ਬੜੀਆਂ ਚੀਜ਼ਾਂ ਬੰਦਾ ਭੁੱਲ ਜਾਂਦਾ। ਜੋ ਸਹਿਜ ਹੁੰਦਾ ਫਿਰ ਸਭ ਕੁਝ ਯਾਦ ਰਹਿੰਦਾ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਸੋਧਣ ਤੁਰਦੇ ਨੇ ਤੇ ਕਵੀ ਜੀ ਲਿਖਦੇ ਨੇ ਕਿ ਘੋੜਾ ਕੀਤੋ ਸਹਿਜ ਦਾ। ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਘੋੜਾ ਸੀ, ਉਹਨੂੰ ਕਹਿੰਦੇ ਨੇ ਸਹਿਜ ਅਵਸਥਾ ਬੰਦੇ ਦੀ। ਤੇ ਧਰਮ ਤੁਝਾ ਫੇਰਾਈ। ਤੇ ਜਦੋਂ ਕੋਈ ਮਸੂਰਮਾ ਕਿਸੇ ਨੂੰ ਸੋਧਣ ਜਾਂਦਾ, ਜੰਗ ਵਿੱਚ ਜਾਂਦਾ ਘੋੜੇ ਤੇ ਸਵਾਰ ਹੋ ਕੇ, ਤੇ ਫਿਰ ਅੱਗੇ ਘੋੜੇ ਦੇ ਉੱਤੇ ਉਹਨੇ ਇੱਕ ਝੰਡਾ ਬੱਧਾ ਹੁੰਦਾ ਹੈ। ਤੇ ਗੁਰੂ ਨਾਨਕ ਸਾਹਿਬ ਦੇ ਕੋਲ ਸਹਿਜ ਦਾ ਘੋੜਾ ਵਾ। ਤੇ ਘੋੜਾ ਕੀਓ ਸਹਿਜ ਦਾ, ਧਰਮ ਤੁਝਾ ਫੇਰਾਈ। ਮਹਾਰਾਜ ਦੇ ਕੋਲ ਫਿਰ ਧਰਮ ਦਾ ਝੰਡਾ ਵਾ। ਅੱਜ ਕੱਲ੍ਹ ਤਾਂ ਅਸੀਂ ਹੋਰ ਝੰਡੇ ਝੁੰਡੇ ਬਣਾਏ ਹੋਏ ਆ, ਲਾਏ ਹੋਏ ਆ। ਨਹੀਂ, ਧਰਮ ਤੁਝਾ ਫੇਰੰਤ ਸਦਾ ਅਗ। ਗੁਰੂ ਰਾਮਦਾਸ ਦੇ ਦਰਬਾਰ ਦੀ ਜਦੋਂ ਭੱਟਾਂ ਨੇ ਵਡਿਆਈ ਕੀਤੀ, ਉਦੋਂ ਕਹਿਣ ਲੱਗੇ ਸੱਚੇ ਪਾਤਸ਼ਾਹ ਤੇਰੇ ਦਰ ਦੇ ਉੱਤੇ ਗੁਰੂ ਰਾਮਦਾਸ ਝੰਡਾ ਝੁੱਲਦਾ ਹੈ ਧਰਮ ਦਾ। ਇਹ ਜਿਹੜੇ ਅੱਜ ਸਾਡਾ ਨਿਸ਼ਾਨ ਸਾਹਿਬ ਹੈ, 6ਵੇਂ ਪਾਤਸ਼ਾਹ ਤੋਂ ਤੁਰਿਆ, ਪਹਿਲੋਂ ਨਹੀਂ ਸੀ ਹੁੰਦਾ ਸਾਡੇ ਕੋਲ। ਪਹਿਲੋਂ ਧਰਮ ਦਾ, ਧਰਮ ਤੁਝਾ ਫੇਰੰਤ ਸਦਾ ਅਗ, ਪੁੰਜ ਤਰੰਗ ਨਿਵਾਰਨ ਕੋ। ਘੋੜਾ ਕੀਓ ਸਹਿਜ ਦਾ, ਧਰਮ ਤੁਝਾ ਫਰਾਈ। ਨੇਜਾ ਕੀਆ ਸ਼ਬਦ ਕਾ। ਗੁਰੂ ਨਾਨਕ ਸਾਹਿਬ ਸੋਧਣ ਚੱਲੇ ਨੇ ਇੱਕ ਪੀਰ ਨੂੰ, ਤੇ ਪੀਰ ਐਵੇਂ ਸੋਧਿਆ ਨਹੀਂ ਜਾਣਾ। ਤੇ ਮਾਰ ਨੇਜਾ ਕੀਆ ਸ਼ਬਦ ਕਾ। ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਨੇਜਾ ਸੀ। ਉਹ ਕਿਹੜਾ ਨੇਜਾ ਸੀ? ਸ਼ਬਦ ਦਾ। ਗੁਰੂ ਨਾਨਕ ਸਾਹਿਬ ਦੇ ਕੋਲ ਵੱਡਾ ਭੰਡਾਰ ਸੀ ਸ਼ਬਦਾਂ ਦਾ। ਗੁਰੂ ਨਾਨਕ ਸਾਹਿਬ ਦੇ ਉੱਤੇ ਹਜ਼ਾਰਾਂ ਸਵਾਲ ਹੋਏ ਨੇ ਸਾਰੀ ਦੁਨੀਆ ਦੇ ਉੱਤੇ। ਇੱਕ ਮੱਕੇ ਦੇ ਕਾਜ਼ੀ ਰੁਕਨਦੀਨ ਨੇ 360 ਸਵਾਲ ਕੀਤੇ, ਤੇ ਜੋਗੀਆਂ ਨੇ ਹਜ਼ਾਰਾਂ ਸਵਾਲ ਕੀਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉੱਤੇ, ਪਰ ਗੁਰੂ ਨਾਨਕ ਸਾਹਿਬ ਨੇ ਇੱਕ ਸਵਾਲ ਨਹੀਂ ਕੀਤਾ ਕਿਸੇ ਨੂੰ। ਮੈਂ ਅੱਗੇ ਵੀ ਕਹਿਣਾ ਹੁੰਦਾ, ਜਿਹੜੇ ਸਵਾਲ ਨੇ ਇਹ ਅਧੂਰੇ ਕਰਦੇ ਨੇ ਪੂਰੇ, ਤੇ ਪੂਰਾ ਤੇ ਭਰਿਆ ਪਿਆ। ਪੂਰਾ ਹੋਏ ਸੋ ਕਬੂ ਨਾ ਡੋਲੇ। ਸਵਾਲ ਤਾਂ ਅਧੂਰੇਪਣ ਵਿੱਚੋਂ ਨਿਕਲਦੇ ਨੇ, ਪੂਰਿਆਂ ਦੇ ਸਵਾਲ ਨਹੀਂ ਹੁੰਦੇ। ਉਹਦੇ ਤੇ ਉਹਨਾਂ ਦੇ ਜ਼ਿੰਦਗੀ ਦੇ ਸਾਰੇ ਮਸਲੇ ਹੱਲ ਹੋ ਚੁੱਕੇ ਨੇ। ਉਹ ਸਵਾਲ ਕੀ ਕਰਨਗੇ ਹੁਣ? ਜਿਹੜਾ ਸਿੱਖ ਗਿਆ ਸਭ ਕੁਝ, ਉਹ ਸਵਾਲ ਨਹੀਂ ਕਿਸੇ ਨੂੰ ਕਰਦਾ। ਜਿਹਨੇ ਸਿੱਖਣਾ ਹੁੰਦਾ ਉਹ ਸਵਾਲ ਕਰਦਾ। ਤੇ ਨੇਜਾ ਕੀਆ ਸ਼ਬਦ ਕਾ। ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਨੇਜਾ ਹੁੰਦਾ ਸੀ, ਉਹਨੂੰ ਕਹਿੰਦੇ ਨੇ ਸ਼ਬਦ, ਵਿਚਾਰ। ਕੋਈ ਸਵਾਲ ਕਰੇ ਬਾਬਾ ਜੀ ਹਾਜ਼ਰ ਜਵਾਬ ਨੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਾਜੀ ਨੂੰ, ਤੇਰੇ ਸਵਾਲ ਮੁੱਕ ਜਾਣਗੇ, ਇੱਥੇ ਜਵਾਬ ਨਹੀਂ ਮੁੱਕਣੇ। ਉਹ ਕਈ ਦਿਨ ਸਵਾਲ ਕਰਦਾ ਰਿਹਾ, 360 ਸਵਾਲ ਕੀਤੇ ਮੱਕੇ ਵਿੱਚ। ਬਾਬਾ ਨੇ ਆਖਿਆ ਹੋਰ ਕਰ ਲਓ। ਕਹਿਣ ਲੱਗੀ ਹੋਇਆ ਹੀ ਨਹੀਂ ਹੈ। ਇਹ ਸੀ ਮਹਾਰਾਜ ਦੇ ਕੋਲ ਨੇਜਾ। ਨੇਜਾ ਕੀਆ ਸ਼ਬਦ ਕਾ। ਨੇਜਾ ਕੀਆ ਸ਼ਬਦ ਕਾ, ਪ੍ਰੇਮ ਤੀਰ ਚਲਾਈ। ਸਾਰਿਆਂ ਥਾਂ ਤੇ ਨੇਜੇ ਨਹੀਂ ਚੱਲਦੇ, ਕਿਤੇ ਕਿਤੇ ਪ੍ਰੇਮ ਨਾਲ ਵੀ ਗੱਲ ਬਣ ਜਾਂਦੀ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਧਰਤੀ ਦੇ ਉੱਤੇ ਪ੍ਰੇਮ ਵੰਡਿਆ, ਨਫ਼ਰਤ ਨਹੀਂ। ਅਜੇ ਤੱਕ ਨਫ਼ਰਤ ਨਾਲ ਕੋਈ ਮਸਲਾ ਹੱਲ ਨਹੀਂ ਹੋਇਆ। ਜਦ ਵੀ ਹੱਲ ਹੋਇਆ, ਆ ਭਰਾਵਾਂ ਦੇ ਵਿੱਚ ਕੋਈ ਝਗੜਾ ਖੜਾ ਹੋ ਜੇ, ਨਫ਼ਰਤ ਪੈਦਾ ਹੋ ਜੇ, ਤੇ ਫਿਰ ਦੋ ਧਿਰਾਂ ਬੈਠਦੀਆਂ ਨੇ ਤੇ ਉਹਨਾਂ ਨੂੰ ਪ੍ਰੇਮ ਨਾਲ ਹੱਲ ਕਰ ਲੈਂਦੀਆਂ ਨੇ। ਪ੍ਰੇਮ ਤਾਂ ਹੱਲ ਹੋ ਸਕਦਾ ਹੈ। ਨੇਜਾ ਕੀਆ ਸ਼ਬਦ ਕਾ, ਪ੍ਰੇਮ ਤੀਰ ਚਲਾਈ। ਪ੍ਰੇਮ ਨਾਲ ਤੇ ਸਭ ਕੁਝ ਹੋ ਸਕਦਾ ਹੈ। ਜੇ ਕੋਈ ਆਖੇ ਮੈਂ ਬੰਦੂਕ ਫੜ ਕੇ ਮਸਲੇ ਹੱਲ ਕਰ ਲਵਾਂ, ਇਹ ਨਹੀਂ ਹੋਣੇ। ਨਾ ਹੋਏ ਆ ਤੇ ਨਾ ਹੋਣੇ ਆ। ਅਸੀਂ 35-36 ਸਾਲ ਹੋ ਗਏ ਸਾਨੂੰ ਤੁਰਦਿਆਂ ਫਿਰਦਿਆਂ ਨੂੰ, ਕੋਈ ਮਸਲਾ ਹੱਲ ਨਹੀਂ ਹੋਇਆ।
ਕਿੱਡਾ ਵੱਡਾ ਕੌਮੀ ਨੁਕਸਾਨ ਹੋ ਗਿਆ। ਸਾਡਾ 500 ਸਾਲ ਦਾ ਪੁਰਾਣਾ ਇਤਿਹਾਸ ਸੜ ਕੇ ਸਵਾਹ ਹੋ ਗਿਆ, ਇੰਨਾ ਬੰਦਾ ਮਰ ਗਿਆ, ਕੋਈ ਮਸਲਾ ਹੱਲ ਨਹੀਂ ਹੋਇਆ। ਪ੍ਰੇਮ ਨਾਲ ਤੇ ਮਸਲੇ ਹੱਲ ਹੋ ਸਕਦੇ ਨੇ, ਕਦੀ ਨਫ਼ਰਤਾਂ ਦੇ ਨਾਲ ਮਸਲਾ ਕੋਈ ਹੱਲ ਨਹੀਂ ਹੋਣਾ ਹੀ ਨਹੀਂ। ਅਸੀਂ ਸੋਚਦੇ ਹਾਂ ਵੀ ਕੋਈ ਹਥਿਆਰ ਚੁੱਕ ਕੇ ਮਸਲੇ ਹੱਲ ਹੋ ਜਾਣਗੇ, ਨਹੀਂ ਹੋਣੇ। ਹਥਿਆਰ ਚੁੱਕਣਾ ਕੋਈ ਮਸਲੇ ਦਾ ਹੱਲ ਨਹੀਂ। ਹਾਂ ਠੀਕ ਆ, ਵਿਅਕਤੀਗਤ ਤੇ ਲੋੜ ਪੈ ਸਕਦੀ ਆ, ਪਰ ਇਹ ਕੋਈ ਹੱਲ ਨਹੀਂ ਹੈ। ਹੱਲ ਪ੍ਰੇਮ ਹੀ ਆ। तो आगे कवि जी लिखते ने, नेजा किया शब्द का प्रेम तीर चलाई, खड़ग किया ज्ञान का। गुरु नानक सच्चे पातशाह दे कोल एक खड़ग सी, ਉਹਨੂੰ ਕਹਿੰਦੇ ਨੇ ਗਿਆਨ ਦੀ ਖੜਗ। ਖੜਗ ਕੀਆ ਗਿਆਨ ਕਾ, ਕਿਰਪਾ ਦ੍ਰਿਟ ਤੁਫੰਗ ਚਲਾਈ। ਤੇ ਮਹਾਰਾਜ ਦੇ ਕੋਲ ਇੱਕ ਬੰਦੂਕ ਹੁੰਦੀ ਸੀ ਗੁਰੂ ਨਾਨਕ ਸਾਹਿਬ ਦੇ। ਹੁਣ ਹਰ ਥਾਂ ਤੇ ਤੀਰ ਵੀ ਨਹੀਂ ਕੰਮ ਕਰਦਾ, ਹਰ ਥਾਂ ਤੇ ਖੰਡਾ ਵੀ ਕੰਮ ਨਹੀਂ ਕਰਦਾ। ਉੱਥੇ ਫਿਰ ਮਹਾਰਾਜ ਕੀ ਕਰਦੇ, ਫਿਰ ਬੰਦੂਕ ਚਲਾ ਦਿੰਦੇ ਸੀ। ਖੜਗ ਕੀਆ ਗਿਆਨ ਕਾ, ਤੇ ਗਿਆਨ ਰੂਪੀ ਖੰਡਾ ਸੀ ਮਹਾਰਾਜ ਦੇ ਕੋਲ। ਉਹ ਜਿਹੜਾ ਸੀ ਸ਼ਬਦ ਨਹੀਂ ਪੜ੍ਹਦੇ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਤਿਸ ਆਗੇ ਕੋ ਨਾ ਟਿਕੇ ਵਿਕਾਰੀ, ਗੁਰਪੂਰੇ ਇਹ ਗੱਲ ਸਾਰੀ। ਖੜਗ ਕੀਆ ਗਿਆਨ ਕਾ, ਕਿਰਪਾ ਦ੍ਰਿਟ ਤੁਫੰਗ ਚਲਾਈ। ਕਿਰਪਾ ਦੀ, ਰਹਿਮਤ ਦੀ ਜਦੋਂ ਗੁਰੂ ਨਾਨਕ ਸਾਹਿਬ ਬੰਦੂਕ ਚਲਾ ਦਿੰਦੇ ਸੀ, ਫਿਰ ਸਾਰਿਆਂ ਨੂੰ ਵਿੰਨ ਕੇ ਰੱਖ ਦਿੰਦੇ ਸੀ, ਖਤਮ ਕਰਕੇ ਰੱਖ ਦਿੰਦੇ ਸੀ। ਕਾਰੂ ਬਾਦਸ਼ਾਹ ਨੂੰ ਕੋਈ ਕਿਰਪਾ ਦ੍ਰਿਸ਼ਟੀ ਨਾਲ ਹੀ ਮਾਰਨੇ ਬਦਲਿਆ, ਉੱਥੇ ਕਿਰਪਾ ਦੀ ਬੰਦੂਕ ਚੱਲੀ। ਖੜਗ ਕੀਆ ਗਿਆਨ ਕਾ, ਕਿਰਪਾ ਦ੍ਰਿਸ਼ਟ ਤੁਫੰਗ ਚਲਾਈ। ਤੁਫੰਗ ਕਹਿੰਦੇ ਨੇ ਬੰਦੂਕ ਨੂੰ। ਕਦੀ ਕਦੀ ਗੁਰੂ ਨਾਨਕ ਸਾਹਿਬ ਫਿਰ ਬੰਦੂਕ ਵੀ ਵਰਤ ਲੈਂਦੇ ਸੀ ਜਿੱਥੇ ਗਿਆਨ ਨਹੀਂ ਸੀ ਚੱਲਦਾ। ਆਤਮੂੜ ਵਿਅਕਤੀ ਜਿਹੜੇ ਨੇ, ਉੱਥੇ ਗਿਆਨ ਕੀ ਕੰਮ ਕਰੂਗਾ, ਉੱਥੇ ਕਿਰਪਾ ਦ੍ਰਿਸ਼ਟੀ। ਜਿੱਦਾਂ ਹੁਣ ਛੱਜੂ ਝੀਰ ਦੇ ਉੱਤੇ ਕੋਈ ਉਹਨੂੰ ਗਿਆਨ ਨਾਲ ਥੋੜ੍ਹਾ ਸਮਝਾਇਆ ਜਾ ਸਕਦਾ ਸੀ। ਉਹ ਤੇ ਕਿਰਪਾ ਦ੍ਰਿਸ਼ਟ ਤਨ ਜਾਏ ਹਰ ਹੋ, ਤਾਂ ਚੇਤਾਵ ਤਨਕ ਮੇ ਹਰ ਹੋ। ਕਿਰਪਾ ਦ੍ਰਿਸ਼ਟੀ ਕੀਤੀ, ਉਹ ਛੱਜੂ ਝੀਰ ਜਿਹੜਾ ਉਹ ਗਿਆਨੀ ਬਣ ਗਿਆ। ਖੜਗ ਕੀਆ ਗਿਆਨ ਕਾ, ਕਿਰਪਾ ਦ੍ਰਿਸ਼ਟ ਤੁਫੰਗ ਚਲਾਈ। ਕਿਤੇ ਕਿਤੇ ਗੁਰੂ ਨਾਨਕ ਸਾਹਿਬ ਬੰਦੂਕ ਵੀ ਚਲਾ ਲੈਂਦੇ ਸੀ, ਆਪਣੀ ਕਿਰਪਾ ਦੇ ਨਾਲ ਹੀ ਅਗਲੇ ਨੂੰ ਵਿੰਨ ਕੇ ਰੱਖ ਦਿੰਦੇ ਸੀ, ਖਤਮ ਕਰਕੇ ਰੱਖ ਦਿੰਦੇ ਸੀ। ਪਰ ਜਿੱਥੇ ਕੋਈ ਗੋਲੀ ਵੀ ਨਾ, ਕਈ ਇਹੋ ਜਿਹੇ ਵਿਅਕਤੀ ਹੁੰਦੇ ਨੇ, ਉੱਥੇ ਕਿਰਪਾ ਵੀ ਹੁੰਦੀ, ਅਡਿਆਤ ਮੂੜ ਹੁੰਦੇ ਨੇ, ਕੋਈ ਗਿਆਨ ਵੀ ਕੰਮ ਨਹੀਂ ਕਰਦਾ। ਫਿਰ ਉੱਥੇ ਗੁਰੂ ਨਾਨਕ ਸਾਹਿਬ ਕੀ ਕਰਦੇ ਸੀ, ਖੜਗ ਕੀਆ ਗਿਆਨ ਕਾ, ਕਿਰਪਾ ਦ੍ਰਿਟ ਤੁਫੰਗ ਚਲਾਈ। ਕਿਰਪਾ ਦੀ ਆਪਣੀ ਬੰਦੂਕ ਚਲਾਉਂਦੇ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ। ਤੇ ਇਹ ਅਖੀਰ ਤੇ ਫਿਰ ਜਦੋਂ ਨਹੀਂ ਹੀ ਕੁਛ ਮਸਲੇ ਹੱਲ ਹੁੰਦੇ, ਫਿਰ ਮਹਾਰਾਜ ਇੱਕ ਗੋਲਾ ਵੀ ਚਲਾ ਦਿੰਦੇ ਸੀ। ਕਰਾਮਾਤ ਗੋਲਾ ਕੀਆ, ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਆਪਣੀ ਕਰਾਮਾਤ ਵਿਖਾ ਦਿੰਦੇ। ਹੁਣ ਕਈ ਕਹਿੰਦੇ ਜੀ ਇਹ ਕਰਾਮਾਤਾਂ ਹੁੰਦੀਆਂ ਨਹੀਂ ਗੀਆਂ, ਇਹ ਕੈਸੀਆਂ ਬਾਤਾਂ ਹੋਣ ਲੱਗ ਪਈਆਂ ਭਾਈ। ਭਾਈ ਗੁਰਦਾਸ ਨੇ ਲਿਖਿਆ ਵੀ ਫਿਰਿਆ ਮੱਕਾ ਕਰਾ ਦਿਖਾਈ, ਗੜ ਬਗਦਾਦ ਨਵਾਏ ਕੇ, ਮੱਕਾ ਮਦੀਨਾ ਸਭ ਨਵਾਇਆ, ਜੀਤੀ ਨਵਖੰਡ ਮੇਦਨੀ, ਸਤ ਨਾਮ ਦਾ ਚੱਕਰ ਫਰਾਇਆ। ਕਿਤੇ ਕਿਤੇ ਮਹਾਰਾਜ ਫੇ ਨਾਮ ਦਾ ਸੁਦਰਸ਼ਨ ਚੱਕਰ ਵੀ ਚਲਾਉਂਦੇ ਹੁੰਦੇ ਸੀ। ਕਰਾਮਾਤ ਗੋਲਾ ਕੀਆ, ਮੱਕੇ ਦੇ ਵਿੱਚ ਕਵੀ ਜੀ ਲਿਖਦੇ ਨੇ, ਗੁਰੂ ਨਾਨਕ ਸਾਹਿਬ ਨੇ ਕਰਾਮਾਤ ਦਾ ਇੱਕ ਗੋਲਾ ਚਲਾ ਦਿੱਤਾ। ਤੇ ਜਿੱਥੇ ਗੋਲੇ ਚੱਲ ਜਾਣ ਫਿਰ ਵੱਡੇ ਵੱਡੇ ਤਹਿਸ ਨਹਿਸ ਹੋ ਜਾਂਦੇ ਨੇ। ਅੱਜ ਚੱਲੇ ਆ ਨਾ 84 ਚ 2-4 ਗੋਲੇ ਚੱਲੇ ਅਕਾਲ ਤਖਤ ਤੇ ਸਭ ਢਹਿ ਢੇਰੀ ਹੋ ਗਿਆ। ਗੋਲੇ ਅੱਗੇ ਨਹੀਂ ਕੋਈ ਅਟਕਦਾ ਹੁੰਦਾ। ਮੈਨੂੰ ਕੱਲ ਕੋਈ ਕਹਿ ਰਿਹਾ, ਬਾਬਾ ਜੀ ਉਹ 84 ਦੇ ਬਾਰੇ ਕੋਈ ਚਰਚਾ ਵਿਚਾਰ ਕਰਿਓ। ਮੈਂ ਕਿਹਾ ਭਰਾ ਮੈਂ ਨਹੀਂ ਕੋਈ ਵਿਚਾਰ ਚਰਚਾ ਕਰਦਾ, ਕਹਾਣੀ ਤੇ ਵਿਗੜੀ ਪਈ ਸਾਰੀ। ਲਿਖਾਰੀਆਂ ਨੇ ਗਲਤ ਲਿਖਿਆ ਵਾ, ਬੁਲਾਰਿਆਂ ਨੇ ਗਲਤ ਬੋਲਿਆ ਵਾ, ਤੇ ਹੁਣ ਜੇ ਮੈਂ ਕੋਈ ਬੋਲ ਬੈਠਾ ਸੱਚ ਤੇ ਫਿਰ ਮੇਰੇ ਹੱਥ ਤੇ ਬੜੀ ਮੁਸ਼ਕਿਲ ਖੜੀ ਹੋ ਜਾਣੀ।
इस करके मैं ਉਹਦੇ बारे नहीं। हाँ एक गल मैं जरूर कह दिना, ये ਜਿਹੜਾ 1984 ਦਾ सच वा ना, ये 100 साल बाद प्रगट होना, अजे नहीं आ। अजे तो नौजवानों को पता ही नहीं आ ਜਿਹੜੇ 84 तो बाद जम्मे ने। चलो असी तो उदों मैं 14-15 साल का सी, तो ਜਿਹੜੇ 84 तो बाद जम्मे ने इन्हों की पता। ये टीवियां दे बह के इंटरव्यूआं देण दे ने, इन्हों पता ही कोई नहीं। ਜਿਹੜੇ बाद जम्मे ने ये इन्होंने पढ़ लिया, इन्होंने कवीशरां कोलों सुन लिया, ਉਹਦੇ आधार पर इंटरव्यूआं देंदे ने चैनलों ते बैठ के। वो नहीं भाई, जो तुसी कह रहे हो ये सच नहीं है। सच नहीं प्रगट हुंदा छेती। ये 1984 का जिहड़ा घल्लूघारा वा, ये 100 साल बाद इहदा रिजल्ट आउणा भी कौन गलत सी ते कौन सही सी। किते साडे कोल गलतियां होईयां जां उधरों गलतियां होईयां, इन्हां दा 100 साल बाद पता लगना है। हुण ते कोई कहिंदे इधरों गलतियां होईयां, दूजा कहिंदा उहने गलती कीती ना। ये कवीशरां नूं सुन के तुसीं इहदे बारे निर्णय कर रहे हो, तो कवीशर तां गलत सुना रहे ने। साडी कौम दे जिन्ने नामवर कवीशर ने पैसे कमा रहे ने, नौजवानों नूं भटका भटका के गल्लां करदे ने। ते 40 साल हो गए असीं इसे मसलिਆਂ 'ਚ उलझे होए पए आ। धर्म साडा पिछे तुर गया। अरबां खरबां रुपया इस काम ते साडा लग गया। किड्डा वड्डा साडा नुकसान हो गया। साडियां विधवा कलोनियां बन गईयां, 2-3 पीढ़ियां बर्बाद हो गईयां। ते 40 साल हो गए असीं उसे चक्कर 'ਚ घूमी जाने आ। इस करके मैं कहा मैं नहीं इहदे बारे को कहना चाहुंदा। कहा तो बड़ी मुश्किल खड़ी होनी आ। हाँ एक 100 साल बाद तुहानूं पता लगूगा, उदों तो असीं मर खप जाना। जिन्ने विटनेस ने, जिन्ने गवाह ने, वो तो होर 10-20 सालों तक खत्म हो जाने ने। तो जदों उन्होंने सच सामने आना, उदों फिर दुबदा खड़ी हो जानी भी पहलों तो आह लिखिया सी, हुण आह लिखिया ना। भाई आओ आपां उत्थे महाराज कहंदे ने भी करामात गोला किया। मैं कह रहा सी जदों गोला चल जाता है ना, उत्थे नहीं कुछ रहिंदा, तहस नहस हो जाता सब कुछ ही। करामात गोला किया। गुरु नानक साहब ने मक्के दे विच फिर करामात दा गोला सुट दिता, क्योंकि चढ़िया सोधन तरत लुकाई। एडे एडे वड्डे गढ़ बगदाद नवाए के ये गढ़ सन। वो नानक मता जोगियां दा गढ़ सी। उथे ज्ञान ने नहीं सी काम देना, उथे गोला ही चलाउणा पैना सी करामात दा। ते जदों बाबा जी गुरु नानक साहब ने उत्थे गोला चलाया नानक गोरख मते, ते वो पहला ढांचा सारा तहस नहस हो गया। जिद्दां अकाल तख्त शेर जी नूं ढठ गया, ते फिर असीं नवां बना लिया, पहला ढांचा ही खत्म हो गया। ਉਹ फिर ਜਦੋਂ गुरु नानक साहब ने उत्थे जोगियां दे उत्ते करामात दा गोला सुटिया ना एक, ते नाम सी उहदा गोरख मता। वो तहस नहस हो गया, तो उहदा नां रख दिता गया। नवें सिरों उसारी हुई तो उहदा नां रखा गया नानक मता। करामात गोला किया, गरीबी गधा बनाई। ते गुरु नानक साहब दे कोल एक गुरज हुंदा सी, गुरज, क्योंकि सोधना है। तो सोधे एवें खाली हत्थां नाल थोड़े लगदे आ। मैं अगे कह रहा सी आ जिहड़े असीं सोधे लाए, सोधियां ने साडा नुकसान नहीं कीता, फायदा कुछ नहीं होया। चलो ये भी कुदरती भाणे दी कोई खेड सी। गुरु रामदास सच्चे पातशाह दे घर दी इन्नी बर्बादी होई, इन्ना अपमान होया। ये गुरु रामदास सच्चे पातशाह, कोई सच्चे पातशाह दी कोई अपनी कोई कला हो सकती, कह सकते सी। नहीं तो किसी की की जरूरत गुरु रामदास के घर विच बैठ के इन्नी बर्बादी कर दे, इन्ना अपमान कर दे। तो गुरु रामदास सच्चे पातशाह ओहदी कोई भाणे की खेड मननी पैनी सानू। जिहड़ा अपमान मस्सा रंगड़ नहीं कर सकिया 84 च, उस तो भी गांह का अपमान दरबार साहिब का हो गया। मेरा मूड तो नहीं सी करदा कथा करन नूं। मैं कहा इन्हां दिनां 'च मैं बोलदा नहीं गा, क्योंकि मूड बड़ा खराब हो जांदा इन्हां गल्लां दे नाल। साडे नाल आ कुछ हो गया और गैरां ने नहीं कीता, साडे अपने ने कीता।
ਉਹ ਫਿਰ ਗਰੀਬੀ ਕਰਾਮਾਤ ਗੋਲਾ ਕੀਆ, ਗਰੀਬੀ ਗਦਾ ਚਲਾਈ, ਗੁਰਜ ਚ ਬਣਾਈ। ਗਰੀਬੀ ਗੁਰਜ ਬਣਾਈ। ਮਹਾਰਾਜ ਦੇ ਕੋਲ ਇੱਕ ਗੁਰਜ ਹੁੰਦਾ ਸੀ ਨਿਮਰਤਾ ਦਾ। ਜੇ ਕਿਸੇ ਨੇ ਪੁੱਛਣਾ ਕੀ ਤੁਹਾਡਾ ਕੀ ਮਿਸ਼ਨ ਆ, ਉਹਨਾਂ ਆਖਿਆ ਸੇਵਾ ਸਿਮਰਨ। ਅਸੀਂ ਸੇਵਾ ਸਿਮਰਨ ਕਰਦੇ ਹਾਂ। ਨਹੀਂ ਤਾਂ ਮਾੜਾ ਜਿਹਾ ਬਾਬਾ ਕੋਈ ਬਣ ਜੇ, ਟੁੱਟਾ ਜਿਹਾ ਕੋਈ ਬਾਬਾ ਬਣ ਜੇ ਤੇ ਸੇਵਾ ਕਰਾਉਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਸੇਵਾ ਕਰਦੇ ਹਾਂ ਭਾਈ, ਮਨੁੱਖਤਾ ਦੀ ਸੇਵਾ। ਚਲੋ ਅੱਜ ਕੱਲ੍ਹ ਇਹਦੀ ਬੜਾ ਹੁਣ ਕੋਈ ਉਲਟ ਪੁਲਟ ਕਹਾਣੀ ਹੋਈ ਸਾਡੀ ਸੇਵਾ ਦੀ ਵੀ। ਆ ਜਿਹੜੀ ਹੁਣ ਸਾਡੇ ਗੁਰਦੁਆਰਿਆਂ 'ਚ ਸੇਵਾ ਹੋਣ ਦਈ ਆ, ਇਹ ਭਾਈ ਜ਼ਿੰਮੇਵਾਰੀ ਸਰਕਾਰ ਦੀ ਆ। ਜਿਹੜੀ ਸਿੱਖੋ ਤੁਸੀਂ ਕਰਨ ਦੇ ਹੋ, ਤੁਹਾਡੀ ਜ਼ਿੰਮੇਵਾਰੀ ਨਹੀਂ ਆ ਗੁਰਦੁਆਰਿਆਂ 'ਚ ਲੰਗਰ ਪਕਾ ਕੇ ਨਾ ਲੋਕਾਂ ਕੋਲ ਲੈ ਕੇ ਜਾਓ। ਸਰਕਾਰ ਕਹਿੰਦੀ ਆ ਕਿ 5 ਸਾਲ ਤੱਕ ਕੋਈ ਕਣਕ ਨਾ ਬੀਜੋ, ਝੋਨਾ ਨਾ ਬੀਜੋ। ਸਾਡੇ ਗੋਦਾਮਾਂ 'ਚ ਇੰਨਾ ਸਟੋਰ ਹੋਇਆ ਵਾ ਕਣਕ ਤੇ ਝੋਨਾ, ਸਾਡਾ ਦੇਸ਼ 5 ਸਾਲ ਤੱਕ ਬਹਿ ਕੇ ਖਾ ਸਕਦਾ। ਇਹ ਸਰਕਾਰ, ਉਹ ਚੂਹੇ ਖਾਣ ਦੇ ਨੇ ਜਿਹੜਾ ਸਰਕਾਰ ਨੇ ਵੰਡਣਾ, ਉੱਥੇ ਗਲਣ ਦਿਆ, ਸੜਨ ਦਿਆ, ਮੀਂਹ ਪੈਣ ਦਿਆ। ਉਹ ਚੂਹੇ ਖਾਣ ਦੇ ਸਰਕਾਰ ਦਾ ਅਨਾਜ, ਤੇ ਇੱਥੇ ਗੁਰਦੁਆਰਿਆਂ 'ਚ ਪੈਸਾ ਇਕੱਠਾ ਕਰਕੇ ਕਿਸੇ ਲੋਕਾਂ ਨੂੰ ਖਵਾਉਣ ਦੇ। ਕੈਸੀਆਂ ਬਾਤਾਂ। ਇਹ ਜ਼ਿੰਮੇਵਾਰੀ ਸਰਕਾਰ ਦੀ। ਉਹ ਗੋਦਾਮ ਖੋਲੇ, ਗਰੀਬਾਂ ਨੂੰ ਆਖੋ ਚੁੱਕ ਕੇ ਲੈ ਜਾਓ, ਜਿੰਨੀ ਕਣਕ ਖਾਣੀ ਪਿਆਓ ਤੇ ਖਾਓ, ਕੋਈ ਗੱਲ ਨਹੀਂ। 2-4 ਸਾਲ ਘਰ ਬੈਠੇ ਰਹੋ, ਕੋਈ ਗੱਲ ਨਹੀਂ। ਗੋਦਾਮ ਭਰ ਕੇ ਸਰਕਾਰ ਨੇ ਕਾਹਦੇ ਵਾਸਤੇ ਰੱਖੇ ਨੇ? ਇਹਨਾਂ ਕੰਮਾਂ ਨੂੰ ਗੁਰਦੁਆਰਿਆਂ ਨੂੰ ਕਿਉਂ ਵਰਤਿਆ ਜਾ ਰਿਹਾ ਹੈ? ਤੁਸੀਂ ਆਪਣੇ ਧਰਮ ਨੂੰ ਬਚਾਓ, ਆਪਣੇ ਗਰੀਬ ਗ੍ਰੰਥੀ ਗਰੀਬ ਸਿੱਖਾਂ ਦੀ ਸਾਰ ਲਓ। ਤੁਸੀਂ ਦਾਨ ਮੱਤੀਆਂ ਕੋਲ ਲੈ ਕੇ ਜਾਓ ਨਾ, ਗੁਰਦੁਆਰੇ 'ਚ ਲੰਗਰ ਪਕਾ ਕੇ। ਇਹ ਜ਼ਿੰਮੇਵਾਰੀ ਉਹਨਾਂ ਦੀ ਹੈ, ਸਰਕਾਰ ਦੀ ਹੈ, ਤੁਹਾਡੀ ਨਹੀਂ ਹੈ। ਸਿੱਖੋ, ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ। ਤੁਹਾਡੀ ਜ਼ਿੰਮੇਵਾਰੀ ਤੁਹਾਡੇ ਧਰਮ ਨੂੰ ਬਚਾਉਣ ਦੀ ਹੈ। ਗੁਰੂ ਅਮਰਦਾਸ ਦੇ ਵੇਲੇ ਕਾਲ ਪੈ ਗਿਆ। ਕਾਲ ਮਤਲਬ ਵੀ ਮੀਂਹ ਨਾ ਪੈਣਾ ਤੇ ਧਰਤੀ ਉੱਤੇ ਕੋਈ ਅਨਾਜ ਹੁੰਦਾ ਨਹੀਂ ਸੀ ਤੇ ਰੋਟੀ ਖਾਣ ਨੂੰ ਨਾ ਮਿਲਣੀ ਲੋਕਾਂ ਨੂੰ। ਉਹਨੂੰ ਕਹਿੰਦੇ ਸੀ ਕਾਲ ਪੈ ਜਾਣਾ। ਹਾਹਾਕਾਰ ਮਚ ਗਈ ਤੇ ਉਦੋਂ ਟੈਕਸ ਬੜੇ ਤਾਰਨੇ ਪੈਂਦੇ ਸੀ ਸਰਕਾਰਾਂ ਨੂੰ। ਕਿਸਾਨ ਵਰਗ ਸੀ ਨਾ, ਇਹਨੂੰ ਟੈਕਸ ਬੜਾ ਤਾਰਨਾ ਪੈਂਦਾ ਸੀ। ਉਤੋਂ ਗਰੀਬੀ ਭੁੱਖਮਾਰੀ, ਖਾਣ ਨੂੰ ਕੁਛ ਨਹੀਂ, ਉਧਰੋਂ ਟੈਕਸ ਤਾਰਨਾ ਸਰਕਾਰ ਨੂੰ। ਇਹ ਗੁਰੂ ਅਮਰਦਾਸ ਦੇ ਵੇਲੇ ਦੀ ਘਟਨਾ। ਤੇ ਅਕਬਰ ਬਾਦਸ਼ਾਹ ਆਇਆ ਤੇ ਗੁਰੂ ਅਮਰਦਾਸ ਨੇ ਇਹ ਨਹੀਂ ਆਖਿਆ ਵੀ ਅਸੀਂ ਪੈਸਾ ਇਕੱਠਾ ਕਰਦੇ ਹਾਂ ਤੇ ਗਰੀਬ ਲੋਕਾਂ ਦਾ ਟੈਕਸ ਤਾਰ ਦਿੰਦੇ ਹਾਂ। ਨਾ, ਅਕਬਰ ਬਾਦਸ਼ਾਹ ਨੂੰ ਕਿਹਾ ਵੀ ਲੋਕਾਂ ਕੋ ਹੁਣ ਕਾਲ ਪਿਆ, ਪੈਸਾ ਨਹੀਂ ਹੈਗਾ ਤੇ ਤੂੰ ਟੈਕਸ ਮਾਫ ਕਰ ਦੇ। ਆਹ ਵਾ ਸੇਵਾ। ਗਰੀਬ ਪੈਸਾ ਨਹੀਂ ਤਾਰ ਸਕਦੇ, ਕਾਲ ਪੈ ਗਿਆ, ਖਾਣ ਨੂੰ ਹੈ ਨਹੀਂ ਕੁਛ, ਤੇ ਰਾਜੇ ਨੂੰ ਕਿਹਾ ਵੀ ਤੂੰ ਟੈਕਸ ਮਾਫ ਕਰ ਦੇ। ਤੇ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਦੇ ਕਹਿਣ, ਸੱਚੇ ਪਾਤਸ਼ਾਹ ਦੇ ਕਹਿਣ ਤੇ ਟੈਕਸ ਮਾਫ ਕਰ ਦਿੱਤਾ। ਤੇ ਜੇ ਗੁਰੂ ਅਮਰਦਾਸ ਕਹਿੰਦੇ ਵੀ ਗਰਾਈ ਕਰੋ ਜੀ ਤੇ ਲੰਗਰ ਲਾਉਨੇ ਆ ਜੀ ਤੇ ਰਾਜੇ ਨੂੰ ਪੈਸੇ ਦੇ ਦਿੰਨੇ ਆ, ਇਹ ਕਿੱਦਾਂ ਦੀਆਂ ਬਾਤਾਂ ਹੋ ਰਹੀਆਂ ਨੇ? ਭਾਈ ਮਨੀ ਸਿੰਘ ਦੀ ਸ਼ਹੀਦੀ ਇਸੇ ਕਰਕੇ ਹੋਈ ਵੀ ਅਸੀਂ ਪੈਸਾ ਸਰਕਾਰ ਨੂੰ ਨਹੀਂ ਦਿੰਦੇ ਧਰਮ ਦਾ। ਇਹ ਗੁਰਦੁਆਰਿਆਂ ਦਾ ਪੈਸਾ ਕੋਈ ਸਰਕਾਰਾਂ ਚਲਾਉਣ ਵਾਸਤੇ ਨਹੀਂ ਹੁੰਦਾ। ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਕਾਰਨ ਹੀ ਇਹੋ ਆ। ਇਹ ਗੁਰਸਿੱਖਾਂ ਦਾ ਪੈਸਾ ਸਰਕਾਰੀ ਕੰਮਾਂ ਵਾਸਤੇ ਕਿਉਂ ਵਰਤਿਆ ਜਾਵੇ? ਇਹ ਕੰਮ ਸਰਕਾਰ ਦਾ। ਭਾਈ ਜਿਹੜੇ ਗੁਰਦੁਆਰੇ ਤੁਸੀਂ ਪੈ ਕਰਦੇ ਹੋ, ਲੰਗਰ ਬਣਾਉਂਦੇ ਹੋ, ਇਹ ਸਰਕਾਰ ਦੀ ਜ਼ਿੰਮੇਵਾਰੀ ਆ। ਉਹ ਗਰੀਬਾਂ ਨੂੰ ਅਨਾਜ ਵੰਡੇ, ਗੋਦਾਮਾਂ 'ਚ ਗਲਣ ਦਿਆ, ਸੜਨ ਦਿਆ, ਚੂਹੇ ਖਾਣ ਦੇ, ਮੀਂਹ ਪੈਣ ਦਿਆ। ਉੱਤੇ ਵੇਖੋ ਜਾ ਕੇ ਉੱਥੋਂ ਬੋ ਆਉਣ ਦੇ ਗੋਦਾਮਾਂ ਦੇ ਵਿੱਚੋਂ ਇੰਨਾ ਅਨਾਜ ਸੜਿਆ ਪਿਆ ਉੱਥੇ। ਪਰ ਸਿੱਖ ਕੌਮ ਪਤਾ ਨਹੀਂ ਕਿਉਂ ਸਮਝ ਤੋਂ ਕਿਉਂ ਨਹੀਂ ਕੰਮ ਲੈ ਰਹੀ। ਤੇ ਮਹਾਰਾਜ ਕਹਿ ਰਹੇ ਸੀ ਕਰਾਮਾਤ ਗੋਲਾ ਕੀਆ, ਗਰੀਬੀ ਗੁਰਜ ਬਣਾਈ। ਮਹਾਰਾਜ ਆਖਿਆ ਸੇਵਾ, ਮਨੁੱਖਤਾ ਦੀ ਸੇਵਾ ਹੈ। ਸਾਡੇ ਕੋਲ ਗੁਰੂ ਨਾਨਕ ਸਾਹਿਬ ਗੁਰਜ ਸੀ। ਇਸ ਤਰ੍ਹਾਂ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਚੜ੍ਹਾਈ ਕਰ ਦਿੰਦੇ ਨੇ। ਲਾਗੇ ਪਿੰਡ ਆ ਕੋਈ 12-13 ਕਿਲੋਮੀਟਰ, ਉੱਥੇ ਉਧਰ ਨੂੰ ਤੁਰ ਪੈਂਦੇ ਨੇ। ਨਾਲ 2-4 ਸਿੱਖ ਨੇ ਮਹਾਰਾਜ ਦੇ। ਕਿਉਂ ਕਰਤਾਰਪੁਰ ਵੱਡੀ ਸੰਗਤ ਹੁੰਦੀ ਸੀ ਜਿਹਦੀ ਸੇਵਾ ਲੈਣਾ ਜੀ ਕਰਦੇ ਹੁੰਦੇ ਸੀ। ਇਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਰਤਾਰਪੁਰ ਤੋਂ ਚੱਲਦੇ ਥੋੜੇ ਸਮੇਂ, ਕਿਉਂਕਿ 12-13 ਕਿਲੋਮੀਟਰ ਦਾ ਸਫ਼ਰ ਕੋਈ ਬਹੁਤਾ ਲੰਮਾ ਨਹੀਂ ਹੁੰਦਾ, ਬੰਦਾ 2-3 ਘੰਟਿਆਂ 'ਚ ਹੀ ਕਰ ਲੈਂਦਾ।
करके तो उस पिंड च पहुंच जाते हैं तो पिंडों बार-बार एक बोर्ड वा अजे भी हैगा उत्थे ते ਉਹ ਜਿਹੜਾ ਪੀਰ ਸੀ ਜਿਹੜਾ ਸੰਗਤਾਂ ਨੇ ਆਖਿਆ ਮਹਾਰਾਜ ਸਾਡੇ ਪਿੰਡ 'ਚ 2 ਪੀਰ ਰਹਿੰਦੇ ਨੇ ਬੜਾ ਕਰਾਮਾਤੀ ਨੇ ਤੇ ਲੋਕਾਂ ਨੂੰ ਵਰਸਰਾਫ ਵੀ ਦਿੰਦੇ ਨੇ ਤੇ ਲੋਕਾਂ ਕੋ ਆਪਣੀ ਕਾਰ ਵੀ ਕਢਾਉਂਦੇ ਨੇ। ਪਿੰਡ ਦਾ ਨਾਮ ਕੁਠਿਆਲਾ ਤੇ ਉਹ ਕਰਤਾਰਪੁਰ ਤੋਂ ਬਹੁਤਾ ਦੂਰ ਨਹੀਂ ਹੈ। ਹੁਣ ਉਰਲੇ ਪਾਸੇ ਆ ਬਾਰਡਰ ਦੇ ਤੇ ਕਰਤਾਰਪੁਰ ਪਰਲੇ ਪਾਸੇ ਆ। ਉਹ ਕੱਲ ਮੈਂ ਉਹਦੇ ਬਾਰੇ ਇੱਕ ਪਰਸੋਂ ਇੱਕ ਵੀਡੀਓ ਉਸ ਪਿੰਡ ਦੀ ਬਣਾ ਕੇ ਪਾਈ ਸੀ ਮੈਂ YouTube ਤੇ। ਸਾਡਾ ਉਹ ਇੱਕ ਚੈਨਲ ਆ ਅੰਮ੍ਰਿਤ ਰਸ ਨਾਗ ਹੋ ਕੇ YouTube ਦੇ ਉੱਤੇ ਮੈਂ ਵੀਡੀਓ ਪਾਈ ਉਸ ਪਿੰਡ ਦੀ। ਉਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਪਿੰਡ ਦੇ ਬਾਰ-ਬਾਰ ਜਾ ਕੇ, ਉਹ ਪੀਰ ਦਾ ਨਾਮ ਹੈ ਅਬਦੁਲ ਰਹਿਮਾਨ, ਉਹਦਾ ਸਥਾਨ ਅੱਜ ਵੀ ਪਿੰਡ ਦੇ ਵਿੱਚ ਵਾ ਤੇ ਉਹਦਾ ਇੱਕ ਥੜਾ ਤੇ ਕੁਟੀਆ ਪਿੰਡੋਂ ਬਾਹਰ ਸੀ ਜਿੱਥੇ ਉਹ ਤਪ ਕਰਦਾ ਹੁੰਦਾ ਸੀ। ਮੈਂ ਕਹਿ ਰਿਹਾ ਵੀ ਜੋਗੀਆਂ ਕੋ ਕਰਾਮਾਤਾਂ ਹੁੰਦੀਆਂ ਜਾਂ ਪੀਰਾਂ ਕੋ ਪੰਡਤਾਂ ਕੋ ਕਰਾਮਾਤਾਂ ਨਹੀਂ ਹੁੰਦੀਆਂ, ਇਹ ਤੇ ਆਪਣਾ ਖਾਣ ਪੀਣ ਦਾ ਕੰਮ ਚਲਾਉਂਦੇ। ਉਹਦਾ ਥੜਾ ਸੀ ਇੱਕ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਅਬਦੁਲ ਰਹਿਮਾਨ ਦੇ ਥੜੇ ਤੇ ਪਿੰਡੋਂ ਬਾਰ-ਬਾਰ ਜਾ ਕੇ ਬਹਿ ਜਾਂਦੇ ਤੇ ਉੱਥੇ ਅਜੇ ਵੀ ਨਿਸ਼ਾਨੀਆਂ ਹੈਗੀਆਂ, ਥੜਾ ਹੈਗਾ ਤੇ ਉਹਨੇ ਉੱਥੇ ਮਜ਼ਦੂਰ ਲਾਏ ਸੀ ਇੱਟਾਂ ਪੱਥਣ ਵਾਸਤੇ। ਉਹ ਨੀਵੀਂ ਜਗ੍ਹਾ ਅਜੇ ਵੀ ਛੱਪੜ ਹੈਗਾ ਉੱਥੇ ਬਣਿਆ। ਹੁਣ ਅਸੀਂ ਵੱਡਿਆਂ ਸ਼ਹਿਰਾਂ ਦੀ ਗੱਲ ਕਰ ਲੈਂਦੇ, ਮੱਕੇ ਮਦੀਨੇ ਬਾਬਾ ਜੀ ਗਏ, ਪਰ ਪਿੰਡਾਂ 'ਚ ਵੀ ਗੁਰੂ ਨਾਨਕ ਸਾਹਿਬ ਗਏ ਤੇ ਪਿੰਡਾਂ ਵਿੱਚ ਹੀ ਛੋਟੇ ਪੀਰ ਰਹਿੰਦੇ ਹੁੰਦੇ ਸੀ ਤੇ ਪੀਰਾਂ ਦੇ ਨਾਲ ਮਾਰਦੀ ਟੱਕਰ ਹੁੰਦੀ ਸੀ ਜਾਂ ਜੋਗੀਆਂ ਨਾਲ ਟੱਕਰ ਹੁੰਦੀ ਸੀ। ਖਡੂਰ ਸਾਹਿਬ ਉਹ ਕੰਨ ਪਾਟਾ ਨਾਥ ਜੋਗੀ ਕੋ ਰਹਿੰਦਾ ਸੀ, ਖਡੂਰ ਸਾਹਿਬ ਉਹਦੇ ਨਾਲ ਟੱਕਰ ਹੋ ਗਈ। ਗੋਂਦਵਾਲ ਸਾਹਿਬ ਗੁਰੂ ਅਮਰਦਾਸ ਦੀ ਟੱਕਰ ਹੋ ਗਈ ਜੋਗੀਆਂ ਦੇ ਨਾਲ, ਕਿਉਂਕਿ ਉਹ ਕਹਿੰਦੇ ਸੀ ਇਹ ਗ੍ਰਸਤੀ ਤਰ੍ਹਾਂ ਗੁਰੂ ਨਹੀਂ ਹੋ ਸਕਦਾ। ਆਹ ਸੀ ਮੇਨ ਮਸਲਾ। ਉਹ ਪਿੰਡੋਂ ਬਾਰ-ਬਾਰ ਉਸ ਅਬਦੁਲ ਰਹਿਮਾਨ ਨੇ ਥੜਾ ਬਣਾਇਆ ਤੇ ਉਹਦੇ ਬੈਠ ਕੇ ਉਹ ਤਪ ਕਰਦਾ ਤੇ ਉੱਥੇ ਲੋਕਾਂ ਕੋਲੋਂ ਮਜ਼ਦੂਰੀ ਕਰਾਉਂਦਾ ਤੇ ਇੱਟਾਂ ਪਥਾਉਂਦਾ। ਉਹਨੇ ਆਪਣਾ ਕਿਲਾ ਬਣਾ ਰਿਹਾ ਸੀ, ਕੋਈ ਜਗ੍ਹਾ ਬਣਾ ਰਿਹਾ ਸੀ ਪਿੰਡ ਦੇ ਵਿੱਚ। ਉਹ ਅਜੇ ਵੀ ਜਗ੍ਹਾ ਹੈਗੀ ਆ। ਉਹ ਫਿਰ ਜੋ ਥੜੇ ਤੇ ਬਹਿ ਜਾਂਦਾ ਤੇ ਗੁਰੂ ਨਾਨਕ ਸਾਹਿਬ ਨੂੰ ਆਣ ਕੇ ਮਿਲਦਾ ਤੇ ਮਹਾਰਾਜ ਦੇ ਨਾਲ ਗਿਆਨ ਗੋਸ਼ਟ ਹੁੰਦੀ ਆ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਕੋਈ ਵੱਡਾ ਪੀਰ ਵਾ ਤੇ ਮਹਾਰਾਜ ਦੇ ਚਰਨੀ ਲੱਗ ਜਾਂਦਾ, ਸ਼ਰਧਾਲੂ ਬਣ ਜਾਂਦਾ ਉਹ ਪੀਰ ਜਿਹੜਾ ਸੀ, ਕਰਾਮਾਤੀ ਪੀਰ ਸੀ। ਉਹ ਫਿਰ ਜਦੋਂ ਮਹਾਰਾਜ ਦੇ ਕੋਲੋਂ ਉੱਠ ਕੇ ਤੇ ਆਪਣੇ ਪਿੰਡ ਦੇ ਵਿੱਚ ਜਾਂਦਾ ਜਿੱਥੇ ਉਹਦਾ ਡੇਰਾ ਸੀ ਅਬਦੁਲ ਰਹਿਮਾਨ ਦਾ। ਅਜੇ ਵੀ ਡੇਰਾ ਪਿੰਡ 'ਚ ਹੈਗਾ ਤੇ ਇਹ ਸਥਾਨ ਗੁਰੂ ਨਾਨਕ ਸਾਹਿਬ ਦਾ ਪਿੰਡੋਂ ਬਾਹਰ ਵਾ, ਉਹ ਪਿੰਡ 'ਚ ਲਾਗੋ ਹੀ ਆ। ਉਹਦਾ ਇੱਕ ਚੇਲਾ ਸੀ ਮੀਆਂ ਮਿੱਠਾ ਜੀ ਕਰਕੇ, ਉਹਨੂੰ ਇਤਿਹਾਸ ਵਿੱਚ ਲਿਖਿਆ। ਉਹਨੂੰ ਕਹਿੰਦੇ ਕੋਈ ਬਾਹਰ ਖੁਦਾ ਦੇ ਬੰਦੇ ਆਇਆ ਤੇ ਉਹਨਾਂ ਵਿੱਚੋਂ ਖੁਦਾ ਦਾ ਦੀਦਾਰ ਹੁੰਦਾ ਵਾ ਤੇ ਤੂੰ ਵੀ ਖੁਦਾ ਦਾ ਦੀਦਾਰ ਕਰਿਆ ਜਾ ਕੇ। ਬਾਹਰ ਕੋਈ ਬੰਦੇ ਆਏ ਆ, ਉਹਨਾਂ ਦੇ ਵਿੱਚੋਂ ਮੈਨੂੰ ਕੋਈ ਖੁਦਾਏ ਦਾ ਦੀਦਾਰ ਹੋਇਆ ਤੇ ਉਹਨਾਂ ਦੇ ਬਚਨ ਬੜੇ ਮਿੱਠੇ ਨੇ ਤੇ ਉਹ ਬੜੇ ਦਿਲ ਹਿਰਦੇ ਨੂੰ ਠਾਰਦੇ ਨੇ ਤੇ ਤੂੰ ਵੀ ਜਾ ਉਹਨਾਂ ਨੂੰ ਮਿਲ ਕੇ ਆ। ਉਹ ਅਬਦੁਲ ਰਹਿਮਾਨ ਆਪਣੇ ਇੱਕ ਚੇਲੇ ਨੂੰ ਕਹਿਣ ਲੱਗਾ, ਉਹਦਾ ਨਾਂ ਸੀ ਮੀਆਂ ਮਿੱਠਾ ਜੀ। ਉਹ ਫਿਰ ਮਿਲਣ ਜਾਂਦਾ ਤੇ ਗੁਰੂ ਨਾਨਕ ਸਾਹਿਬ ਉੱਥੇ ਥੜੇ ਤੇ ਬੈਠੇ ਹੋਏ ਨੇ ਤੇ ਗੁਰੂ ਨਾਨਕ ਸਾਹਿਬ ਇੱਕ ਸ਼ਬਦ ਪੜ੍ਹ ਰਹੇ ਨੇ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਆਪੇ ਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਪੀ ਤੇਰੀ ਕੀਮਤ ਨਾ ਪਵੇ ਹੋਂ ਕਿ ਵੱਡ ਆਖਾਂ ਨਾਓ। ਸ਼ਬਦ ਪੜ੍ਹ ਰਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਪੜ੍ਹਦਿਆਂ ਉਹਦੇ 'ਚ ਜਦੋਂ ਜਾ ਕੇ ਮੀਆਂ ਉੱਥੇ ਬੈਠਾ ਤੇ ਅਖੀਰ ਤੇ ਇੱਕ ਤੋਕਾ, ਪੰਖੀ ਹੋਏ ਕੇ ਜੇ ਪਵਾਂ, ਅਗਰ ਮੈਂ ਪੀ ਤੇਰੀ ਕੀਮਤ ਨਾ ਪਵੇ। ਇਹ ਰਹਾਉ ਦੀ ਤੁਕ ਵਾ। ਮੈਂ ਕਹਿੰਦਾ ਨਾ ਰਹਾਉ ਇੱਕ ਸਿਧਾਂਤ ਵਾ ਤੇ ਬਾਕੀ ਬਾਹਰਲਾ ਸ਼ਬਦ ਜਿਹੜਾ ਉਹਦਾ ਇਤਿਹਾਸ ਹੁੰਦਾ ਹੈ। ਸਿਧਾਂਤ ਰਹਾਉ ਦੀ ਤੁਕ ਵਿੱਚ ਹੁੰਦਾ ਹੈ, ਜੋ ਕਹਿਣਾ ਹੈ ਸਿਧਾਂਤ, ਤੇ ਬਾਕੀ ਇਤਿਹਾਸ ਹੁੰਦਾ ਹੈ।
ਮਹਾਰਾਜ ਨੇ ਉੱਥੇ ਅਖੀਰ ਤੇ ਕਿਹਾ ਕਿ ਪੀ ਤੇਰੀ ਕੀਮਤ ਨਾ ਪਵੇ ਹੌਕੇ ਵਡਿਆਖਾ ਨਾਉ। ਰੱਬ ਦੇ ਨਾਮ ਕਿੰਨਾ ਉੱਚਾ ਵਾ, ਕਿੰਨਾ ਕੁ ਵੱਡਾ ਵਾ। ਇਹ ਕਰਾਮਾਤਾਂ ਰਿੱਧੀਆਂ ਸਿੱਧੀਆਂ ਤੇ ਕੱਖ ਵੀ ਨਹੀਂ ਹੈ ਉਹਦੇ ਨਾਮ ਦੇ ਮੁਕਾਬਲੇ ਤੇ। ਕਿਉਂਕਿ ਉਹ ਜਿਹੜਾ ਹੁਣ ਮੀਆਂ ਮਿੱਠਾ ਜੀ ਮਿਲਣਾ ਆ ਉਹ ਕਰਾਮਾਤੀ ਸੀ। ਗੁਰੂ ਨਹੀਂ ਸੀ ਇੰਨੀਆਂ ਕਰਾਮਾਤਾਂ ਦਿਖਾਉਂਦਾ ਜਿੰਨਾ ਚੇਲਾ ਕਰਾਮਾਤਾਂ ਦਿਖਾਉਂਦਾ ਸੀ, ਮਸ਼ਹੂਰ ਹੋ ਗਿਆ ਸੀ। ਉਹ ਗੁਰੂ ਤੋਂ ਵੀ ਅੱਗੇ ਲੰਘ ਗਿਆ ਸੀ। ਆਂਦੇ ਨਾ ਵੀ ਗੁਰੂ ਜਿਨ੍ਹਾਂ ਦੇ ਨੱਚਣੇ ਚੇਲੇ ਜਾਣ ਛੜੱਪ। ਗੁਰੂ ਤੇ ਸਜਦੇ ਸਜੇ ਨੱਚਦੇ ਸੀ ਤੇ ਚੇਲੇ ਛੜੱਪੇ ਹੀ ਮਾਰਨ ਲੱਗ ਪੈਂਦੇ ਕਈ ਵਾਰ ਵੀ। ਉਹ ਗੁਰੂ ਤੋਂ ਵੀ ਅੱਗੇ ਲੰਘ ਗਿਆ, ਬੜਾ ਕਰਾਮਾਤੀ ਹੋ ਗਿਆ। ਤੇ ਗੁਰੂ ਨਾਨਕ ਸਾਹਿਬ ਉਹਦਾ ਹੰਕਾਰ ਤੋੜਨ ਵਾਸਤੇ ਸ਼ਬਦ ਪੜ੍ਹ ਰਹੇ ਨੇ ਵੀ ਕੋਟ ਕੋਠੀ ਮੇਰੀ ਆਰਜਾ ਪਵਨ ਪੀਣ ਅਪਿਆਓ ਚੰਦ ਸੂਰ ਦੋਏ ਗੁਫੇ ਨਾ ਦੇਖਾਂ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੇ ਹੌਕੇ ਵਡਾਖਾ ਨਾਉ। ਬਾਬਾ ਅੱਗੇ ਅਖੀਰ ਤੇ ਜਾ ਕੇ ਮਹਾਰਾਜ ਨੇ ਜਦੋਂ ਸ਼ਬਦ ਸਮਾਪਤੀ ਦੇ ਲਾਗੇ ਗਿਆ ਤੇ ਮਹਾਰਾਜ ਨੇ ਸ਼ਬਦ ਪੜ੍ਹਿਆ, ਇਸੇ ਸ਼ਬਦ ਆਖਰੀ ਬੰਦ ਪੰਖੀ ਹੋਏ ਕੇ ਜੇ ਪਾਵਾਂ। ਮਾਰ ਕਹਿੰਦੇ ਜਿਵੇਂ ਪੰਖੀ ਹੋ ਕੇ ਇੱਕ ਤੇ ਮੈਂ ਗੁਫਾ 'ਚ ਵੜ ਜਾਵਾਂ, ਕੋਟ ਕੋਠੀ ਮੇਰੀ ਆਰਜਾ ਮੈਂ ਵੱਡੀ ਉਮਰ ਲੰਮੀ ਕਰ ਲਾਂ, ਪਵਨ ਪੌਣ ਹਾਰੀ ਹੋ ਜਾ ਖਾਣਾ ਵੀ ਛੱਡ ਦਿਆਂ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ। ਮੈਂ ਕਿਤੇ ਗੁਫਾ 'ਚ ਵੜ ਜਾਵਾਂ ਤੇ ਨਾ ਚੰਦਰਮਾ ਦੇਖਾਂ ਨਾ ਸੂਰਜ ਦੇਖਾਂ ਤੇ ਅਟੁੱਟ ਸਮਾਧੀ ਲਾ ਲਾਂ ਰੱਬ ਦੇ ਨਾਲ। ਪਰ ਪੀ ਤੇਰੀ ਉਹ ਨਾਮ ਕਿੰਨਾ ਕੁ ਮਹਾਨ ਹੈ, ਉਹਦੇ ਬਾਰੇ ਮੈਂ ਦੱਸ ਨਹੀਂ ਸਕਦਾ। ਫੇਰ ਵੀ ਇੰਨੀਆਂ ਤਪੱਸਿਆ ਕਰਨ ਤੋਂ ਬਾਅਦਾਂ ਵੀ ਮੈਂ ਨਾਮ ਦੇ ਬਾਰੇ ਨਹੀਂ ਕੋਈ ਦੱਸ ਸਕਦਾ। ਨਾਮ ਕਿੱਡਾ ਕੁ ਮਹਾਨ ਆ ਤੇ ਰਿੱਧੀਆਂ ਸਿੱਧੀਆਂ ਤੇ ਸਵਾਹ ਨੇ ਖੇ ਨੇ ਤੇ ਰਿੱਧ ਸਿੱਧ ਸਭ ਨਾਵੇਂ ਕੀ ਦਾਸੀ। ਇਹ ਤੇ ਦਾਸੀਆਂ ਨੇ ਨਾਮ ਦੀਆਂ। ਜਿੱਥੇ ਨਾਮ ਹੋਏ ਤੇ ਆਣ ਕੋ ਉੱਤੇ ਝਾੜੂ ਵੱਟੂ ਕਰਦੇ ਵੱਟੀ ਕਰਦੀਆਂ ਨੇ ਜਿਹੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਹੁੰਦੀਆਂ ਨੇ। ਤੇ ਮਹਾਰਾਜ ਕਹਿੰਦੇ ਪੰਖੀ ਹੋਏ ਕਿ ਜੇ ਭਵਾਂ, ਜੇ ਮੈਂ ਪਹਿਲੋਂ ਤੇ ਗੁਫਾ 'ਚ ਵੜ ਕੇ ਅਟੁੱਟ ਸਮਾਧੀਆਂ ਲਾਵਾਂ ਤੇ ਤੇਰੇ ਨਾਮ ਦੀ ਮਹਿਮਾ ਮੈਂ ਕਹਿ ਸਕਾਂ ਕਈ ਨਹੀਂ ਜਾਣੀ। ਤੇ ਜੇ ਪੰਖੀ ਹੋਏ ਕਿ ਜੇ ਫਿਰ ਭਵਾਂ, ਮੈਂ ਪੰਖੀ ਬਣ ਕੇ ਆਕਾਸ਼ ਤੇ ਚੜ ਜਾਵਾਂ, ਸਹਿ ਅਸਮਾਨੀ ਜਾਉ ਤੇ ਹਜ਼ਾਰਾਂ ਅਸਮਾਨ ਮੈਂ ਫਿਰ ਕੇ ਆ ਜਾਵਾਂ ਪੰਖੀ ਬਣ ਕੇ। ਪੰਖੀ ਹੋਏ ਕਿ ਜੇ ਭਵਾਂ ਸਹਿ ਅਸਮਾਨੀ ਜਾਓ, ਨਦਰੀ ਕਿਸੇ ਨਾ ਆਵੂ ਨਾ ਕਿਛ ਪੀਆ ਨਾ ਖਾਓ, ਪੀ ਤੇਰੀ ਕੀਮਤ ਨਾ ਪਵੇ ਹੌਕੇ ਵਡਿਆਖਾ ਨਾਉ। ਨਦਰੀ ਕਿਸੇ ਨਾ ਆਊ, ਮੈਂ ਕਿਤੇ ਇਸ ਜਗ੍ਹਾ ਤੇ ਜਾ ਕੇ ਲੁਕ ਜਾਵਾਂ ਤੇ ਫੇਰ ਵੀ ਤੇਰੇ ਨਾਮ ਦੀ ਮਹਿਮਾ ਮੇਰੇ ਕੋ ਨਹੀਂ ਕਹੀ ਜਾਣੀ। ਤੇ ਉਹ ਤਾਈਓ ਤੇ ਮਹਾਰਾਜ ਨੇ ਕਿਹਾ ਸੀ ਕਿ ਮੰਨੇ ਕੀ ਗਤ ਕਹੀ ਨਾ ਜਾਏ। ਜੇ ਨਾਮ ਦੀ ਮਹਿਮਾ ਨਹੀਂ ਬਿਆਨ ਹੋ ਸਕਦੀ ਤੇ ਨਾਮ ਨੂੰ ਮੰਨਣ ਵਾਲਿਆਂ ਦੀ ਵੀ ਵਡਿਆਈ ਨਹੀਂ ਕਹੀ ਜਾ ਸਕਦੀ। ਕਿਉਂਕਿ ਨਾਮੀ ਵਿੱਚ ਭੇਦ ਹੋ ਜਾਂਦੇ ਨੇ, ਜਿਹੜੇ ਜਪਦੇ ਨੇ ਉਹਦੇ ਵਿੱਚ ਅਭੇਦ ਹੋ ਜਾਂਦੇ ਨੇ। ਜਦੋਂ ਗੁਰੂ ਨਾਨਕ ਕਿਹਾ ਨਾ ਕਿ ਸਹਿ ਅਸਮਾਨੀ ਪੰਖੀ ਹੋਏ ਕਿ ਜੇ ਭਵਾਂ ਸਹਿ ਅਸਮਾਨੀ ਜਾਉ, ਸ਼ਬਦ ਦੀ ਸਮਾਪਤੀ ਹੋਈ। ਤੇ ਇਹ ਮੀਆਂ ਕਹਿਣ ਲੱਗਾ ਮਿੱਠਾ ਹੈ ਤੇ ਕੌੜਾ ਸੀ, ਨਾ ਹੀ ਨਿਰਮਲ ਸਿੰਘ ਹੁੰਦਾ ਅੰਦਰੋਂ ਤੇ ਹੋਰ ਹੀ ਕੁਛ ਹੁੰਦਾ ਹੈ, ਨਾ ਹੀ ਸੇਵਾ ਸਿੰਘ ਆ, ਨਾ ਰਾਮ ਸਿੰਘ ਹੁੰਦਾ ਤੇ ਬਿਰਤੀ ਰਾਵਣ ਵਰਗੀ, ਇਸ ਤਰ੍ਹਾਂ ਹੀ ਹੁੰਦਾ ਹੈ। ਉਹ ਫਿਰ ਮੀਆਂ ਜੀ ਚਰਚਾ ਕਰਨ ਲੱਗੇ ਗੁਰੂ ਨਾਨਕ ਸਾਹਿਬ ਨਾਲ, ਕਹਿਣ ਲੱਗੇ ਤੁਸੀਂ ਬਾਕੀ ਗੱਲਾਂ ਨੇ ਤੇ ਤੁਹਾਡੇ ਨਾਲ ਮੈਂ ਸਾਰੇ ਨਾਲ ਸਹਿਮਤ ਵਾਂ, ਪਰ ਆਹ ਜਿਹੜੀ ਤੁਸੀਂ ਗੱਲ ਕਹਿ ਦਿੱਤੀ ਆ ਨਾ ਪੇ ਪੰਖੀ ਹੋ ਕੇ ਜੇ ਫਿਰਾਂ ਜੇ ਭਵਾਂ ਸਹਿ ਅਸਮਾਨੀ ਜਾਉ, ਕਿ ਮੈਂ ਹਜ਼ਾਰਾਂ ਅਸਮਾਨਾਂ ਤੇ ਜਾਵਾਂ ਤੇ ਇਹ ਮੇਰੇ ਮੰਨਣ 'ਚ ਨਹੀਂ ਆਉਂਦੀ। ਕਹਿਣ ਲੱਗੇ ਕਿਉਂ? ਕਹਿਣਗੇ ਅਸਮਾਨ ਤੇ 7 ਵਾ ਸਾਰੇ ਤੇ 7 ਹੀ ਪਤਾਲ ਵਾ, ਤੇ ਤੁਸੀਂ ਕਿਸ ਤਰ੍ਹਾਂ ਕਹਿਤਾ ਹਜ਼ਾਰਾਂ ਅਸਮਾਨ ਨੇ ਤੇ ਹਜ਼ਾਰਾਂ ਧਰਤੀਆਂ ਨੇ। ਸਾਹਿਬ ਕਹਿੰਦੇ ਹਜ਼ਾਰਾਂ ਹੀ ਨੇ। ਕਹਿਣ ਲੱਗੇ ਸਾਡੇ ਧਰਮ ਗ੍ਰੰਥਾਂ ਦੇ ਸਾਡੇ ਪੈਗੰਬਰ ਨੇ ਕਿਹਾ ਵੀ 7 ਨੇ, ਤੇ ਮਹਾਰਾਜ ਕਹਿੰਦੇ ਨਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, 7 ਨਹੀਂ ਲੱਖਾਂ ਨੇ। ਪਾਤਾਲਾਂ ਪਤਾਲ ਲੱਖ,
ਅਗਾਸਾਂ ਅਗਾਸ ਓੜ ਕੋੜ ਕਪਾਲ ਥਕੇ, ਵੇਦ ਕਹਿਨ ਇੱਕ ਬਾਤ ਸਹਿਸ 18 ਕਹਿਣ ਕਤੇਬਾਂ। ਮਰ ਕਹਿੰਦੇ ਹਜ਼ਾਰਾਂ ਨੇ, ਕਹਿੰਦੇ ਸਾਡੇ ਮੁਹੰਮਦ ਸਾਹਿਬ ਝੂਠ ਬੋਲਦੇ ਨੇ, ਸਾਡੀਆਂ ਧਰਮ ਪੁਸਤਕਾਂ ਝੂਠ ਬੋਲਦੀਆਂ ਨੇ। ਕਹਿੰਦੇ ਮੈਨੂੰ ਨਹੀਂ ਪਤਾ, ਪਰ ਹੈ ਹਜ਼ਾਰਾਂ ਨੇ। ਉਹਨੂੰ ਗੁੱਸਾ ਆ ਗਿਆ। ਮੀਆਂ ਕਹਿਣ ਲੱਗਾ ਤੂੰ ਕਾਫਰ ਹੈ। ਇਹ ਸਭ ਤੋਂ ਮਾੜਾ ਸ਼ਬਦ ਵਾ ਧਰਮ ਦੀ ਦੁਨੀਆ 'ਚ। ਕਿਸੇ ਨੂੰ ਕਾਫਰ ਕਹਿ ਦਈਏ ਨਾ, ਜਿਹਨੂੰ ਲਾਹਨਤ ਕਹਿ ਲਓ, ਅਸੀਂ ਜੇ ਆਮ ਪੰਜਾਬੀ ਬੋਲੀ 'ਚ ਤੈਨੂੰ ਲਾਹਨਤ ਕਹਿ ਦਿੰਦੇ ਹਾਂ। ਇਹ ਧਰਮ ਦੀ ਦੁਨੀਆ 'ਚ ਜੇ ਕਿਸੇ ਨੂੰ ਮਾੜਾ ਸ਼ਬਦ ਵਰਤਣਾ ਹੋਵੇ, ਸਭ ਤੋਂ ਨਿਖਿੱਧ ਸ਼ਬਦ ਹੈ ਕਾਫਰ। ਗੁਰੂ ਨਾਨਕ ਸਾਹਿਬ ਕਹਿਣ ਲੱਗਾ ਤੂੰ ਕਾਫਰ ਹੈ। ਉਹਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੇ ਮਾਣ ਸੀ ਵੀ ਮੈਂ ਤੈਨੂੰ ਡਾ ਦੇਣਾ ਫੂਕ ਮਾਰ ਕੇ ਹੀ। ਕਹਿਣ ਲੱਗੇ ਸਾਡੇ ਮੁਹੰਮਦ ਸਾਹਿਬ ਸੱਤ ਕਹਿ ਗਏ ਨੇ ਤੇ ਤੂੰ ਲੱਖਾਂ ਕਹਿਣਾ, ਤੂੰ ਕਾਫਰ ਹੈ। ਕਹਿਣ ਲੱਗੇ ਨਾ, ਹੈ ਨੇ ਲੱਖਾਂ ਨੇ। ਅਣਬਣ ਹੋ ਗਈ, ਉੱਠ ਕੇ ਤੁਰ ਗਿਆ ਤੇ ਜਾ ਕੇ ਆਪਣੇ ਅਬਦੁਲ ਰਹਿਮਾਨ ਨੂੰ ਕਹਿੰਦਾ ਉਹ ਤੇ ਜਿਹੜਾ ਕਹਿੰਦਾ ਤੂੰ ਖੁਦਾ ਦੇ ਦੀਦਾਰ ਹੁੰਦੇ ਉਹਦੇ ਵਿੱਚੋਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਤਸਵੀਰ ਵਿੱਚੋਂ ਖੁਦਾ ਕੇ ਦੀਦਾਰ ਹੋਤੇ ਹੈ, ਉਹ ਤੇ ਕਾਫਰ ਵਾ। ਕਹਿਣ ਲੱਗੇ ਕਿੱਦਾਂ ਕਾਫਰ ਹੈ? ਕਹਿਣ ਲੱਗਾ ਉਹਨੇ ਕਹਿਤਾ ਵੀ ਸਹਿ ਅਸਮਾਨੀ, ਹਜ਼ਾਰਾਂ ਨੇ ਅਸਮਾਨ ਤੇ ਹਜ਼ਾਰਾਂ ਧਰਤੀਆਂ ਤੇ ਸਾਡੇ ਪੈਗੰਬਰ ਸਾਹਿਬ 14 ਹੀ ਦੱਸ ਕੇ ਗਏ ਨੇ। ਉਹ ਕਹਿਣ ਲੱਗੇ ਤੁਹਾਡਿਆਂ ਨੂੰ 14 ਦਾ ਹੀ ਪਤਾ ਲੱਗਾ, ਉਹਨੂੰ ਲੱਖਾਂ ਦਾ ਲੱਗ ਗਿਆ ਵਾ ਪਤਾ। ਉਹ ਝੂਠ ਨਹੀਂ ਬੋਲਦਾ, ਉਹਨੇ ਵੇਖ ਕੇ ਕਹੇ ਨੇ। ਕਹਿਣ ਲੱਗਾ ਮੈਂ ਨਹੀਂ ਮੰਨਦਾ। ਕਹਿੰਦਾ ਤੇਰੇ ਮੰਨਣ ਦਾ ਨਾ ਮੰਨ ਚਾਹੇ ਨਾ ਮੰਨ, ਇਹਦੇ ਨਾਲ ਕੀ ਹੋਣਾ? ਕਹਿਣ ਲੱਗਾ ਮੈਂ ਤੇ ਉਹਨੂੰ ਨਿੰਬੂ ਵਾਂਗੂ ਨਿਚੋੜ ਦੂੰ ਜੇ ਮੇਰੀ ਗੱਲ ਨਾ ਮੰਨਿਆ ਤੇ। ਵੇਖੋ ਕਰਾਮਾਤਿਕ ਪੀਰ ਕਹਿਣ ਲੱਗਾ ਆਪਣੇ ਗੁਰੂ ਨੂੰ ਵੀ ਮੈਂ ਗੁਰੂ ਨਾਨਕ ਸਾਹਿਬ ਨੂੰ ਨਿੰਬੂ ਵਾਂਗੂ ਨਿਚੋੜ ਦੂੰ। ਤੇ ਮੁੜ ਕੇ ਉਹਦਾ ਗੁਰੂ ਫੇਰ ਆਇਆ ਪਿੰਡੋਂ ਬਾਰ-ਬਾਰ ਮਿਲਣ ਵਾਸਤੇ ਗੁਰੂ ਨਾਨਕ ਸਾਹਿਬ ਨੂੰ। ਤੇ ਗੁਰੂ ਨਾਨਕ ਸਾਹਿਬ ਆਉਂਦੇ ਹੀ ਜਦੋਂ ਬਹਿ ਗਿਆ ਨਾ ਅਬਦੁਲ ਰਹਿਮਾਨ, ਉਹਦਾ ਗੁਰੂ ਮੀਆਂ ਦਾ ਮਿੱਠੇ ਦਾ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜਾ ਕਹਿੰਦਾ ਨਾ ਮੈਂ ਨਿੰਬੂ ਵਾਂਗੂ ਨਿਚੋੜ ਦੂੰਗਾ, ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਉਹਨੂੰ ਵੇਲਣੇ ਦੇ ਵਿੱਚੋਂ ਦੀ ਨਿਚੋੜ ਦਿਆਂਗੇ, ਪੀੜ ਦਿਆਂਗੇ। ਅਸੀਂ ਵੇਲਣੇ ਵਾਂਗੂ ਪੀੜ ਦਿੰਦੇ ਹੁੰਦੇ ਆ। ਵਾਹ ਵਾਹ, ਬਾਬਾ ਐਵੇਂ ਥੋੜਾ ਸੀ। ਜਿਨ੍ਹਾਂ ਲੋਕਾਂ ਦੇ ਨਾਲ ਸੱਚੇ ਪਾਤਸ਼ਾਹ ਨੇ ਟੱਕਰ ਲਈ ਆ ਤੇ ਇੱਥੇ ਤੇ ਕੋਈ ਹੱਡੀਆਂ ਵੀ ਨਹੀਂ ਬਚ ਸਕਦੀਆਂ। ਅੱਜ ਬੰਦਾ ਉਹਨਾਂ ਨਾਲ ਕੋਈ ਟੱਕਰ ਲਵੇ, ਮੱਕੇ ਮਦੀਨੇ ਜਾ ਕੇ, ਜੋਗੀਆਂ ਦੇ ਗੜ੍ਹਾਂ 'ਚ ਜਾ ਕੇ ਕੋਈ ਟੱਕਰ ਲਵੇ, ਉਹ ਤੇ ਬਾਬਾ ਗੁਰੂ ਨਾਨਕ ਸੱਚੇ ਪਾਤਸ਼ਾਹ ਸੀ ਜਿਹੜਾ ਇਹਨਾਂ ਦੇ ਨਾਲ ਵੱਡੀ ਪਾਵਰ ਸੀ। ਤੇ ਮਰ ਗਿਆ ਜੇ ਸਕਤਾ ਸਕਤੇ ਕੋ ਮਾਰੇ। ਜਦੋਂ ਉਹ ਆਣ ਕੇ ਬੈਠਾ ਨਾ ਉਹਦਾ ਗੁਰੂ ਅਬਦੁਲ ਰਹਿਮਾਨ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜਾ ਕਹਿੰਦਾ ਨਾ ਤੈਨੂੰ ਵੀ ਮੈਂ ਉਹਨੂੰ ਨਿੰਬੂ ਵਾਂਗੂ ਨਿਚੋੜ ਦੂੰ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਉਹਨੂੰ ਵੇਲਣੇ ਵਾਂਗੂ ਪੀੜ ਦਿਆਂਗੇ। ਉਹ ਬੜਾ ਹੈਰਾਨ ਹੋਇਆ ਵੀ ਇਹ ਗੱਲ ਮੈਨੂੰ ਉੱਥੇ ਕਹੀ ਆ ਤੇ ਇਹਨੂੰ ਕਿਵੇਂ ਪਤਾ ਲੱਗ ਗਿਆ ਇੰਨੀ ਦੂਰ ਬਾਹਰ ਬੈਠੇ ਨੂੰ। ਉਹ ਸਮਝ ਗਿਆ ਵੀ ਇਹ ਵੀ ਕੋਈ ਕਰਾਮਾਤੀ ਵਿਅਕਤੀ ਆ। ਉਹ ਫੇਰ ਜਾਂਦਾ ਜਾ ਕੇ ਮੀਆਂ ਨੂੰ ਕਹਿੰਦਾ ਵੀ ਗੱਲ ਏਦਾਂ ਵਾ ਵੀ ਉਹ ਬੰਦਾ ਕੋਈ ਕਰਾਮਾਤੀ ਆ ਜਿਹੜਾ ਪਿੰਡੋਂ ਬਾਹਰ, ਤੇ ਜਾ ਉਹਦੀ ਚਰਨੀ ਲੱਗ ਜਾ। ਕਹਿੰਦਾ ਨਾ ਉਹ ਕਾਫਰ ਵਾ। ਉਹਨੇ ਕੀ ਕੀਤਾ, ਉਹ ਕੰਧ ਤੇ ਬਹਿ ਗਿਆ ਮੀਆਂ ਮਿੱਠਾ ਮੀਆਂ, ਤੇ ਕੰਧ ਤੇ ਬਹਿ ਕੇ ਕੰਧ ਨੂੰ ਕਹਿੰਦਾ ਚੱਲ ਚੱਲੀਏ। ਇਹ ਰਿੱਧੀਆਂ ਸਿੱਧੀਆਂ ਵਾਲੇ ਇਦਾਂ ਕਰ ਲੈਂਦੇ। ਜੋਗੀਆਂ ਨੇ ਕੀ ਕੀਤਾ ਵੀ ਰੁੱਖ ਤੇ ਬਹਿ ਗਏ ਜੋਗੀ। ਉੱਥੋਂ ਦੀ ਘਟਨਾ ਨਹੀਂ ਤੁਸੀਂ ਸੁਣਦੇ ਗੋਰਖ ਮੱਤੇ ਦੀ। ਜੋਗੀ ਪਿੱਪਲ ਤੇ ਬਹਿ ਗਏ ਤੇ ਪਿੱਪਲ ਨੂੰ ਕਹਿੰਦੇ ਚੱਲ ਚੱਲੀਏ। ਪਿੱਪਲ ਤਾਂ ਨੂੰ ਉੱਡ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਨਾ ਰੁਕ ਜਾ ਭਾਈ, ਕਿਤੇ ਨਹੀਂ ਜਾਣਾ, ਇੱਥੇ ਖਲੋਤਾ ਰਹੋ। ਕੋਈ ਉੱਥੇ ਖਲੋਤਾ ਅਜੇ ਵੀ ਪਿੱਪਲ। ਹੁਣ ਕਈ ਬਹੁਤੇ ਸਿਆਣੇ ਬਣ ਗਏ, ਜੇ ਇਹ ਕਰਾਮਾਤਾਂ ਹੁੰਦੀਆਂ ਹੀ ਨਹੀਂ ਹੈ। ਉਹ ਪਿੱਪਲ ਉੱਥੇ ਖਲੋਤਾ ਅਜੇ ਤੱਕ, ਸੰਗਤਾਂ ਦਰਸ਼ਨ ਨਹੀਂ ਕਰਦੀਆਂ। ਇਹ ਕੰਧ ਤੇ ਬਹਿ ਗਿਆ ਮੀਆਂ, ਤੇ ਕੰਧ ਨੂੰ ਕਹਿੰਦਾ ਚੱਲ ਚੱਲੀਏ। ਕੰਧ ਤੁਰ ਕੇ ਆ ਗਈ ਗੁਰੂ ਨਾਨਕ ਸਾਹਿਬ ਦੇ ਕੋਲ। ਉਹ ਉਦੋਂ ਬਜ਼ੁਰਗਾਂ ਨੇ ਉੱਥੇ ਦੱਸਿਆ ਵੀ ਪਹਿਲਾਂ ਇੱਥੇ ਕੰਧ ਹੁੰਦੀ ਸੀ, ਹੁਣ ਨਿਸ਼ਾਨੀ ਨਹੀਂ ਰਹੀ। ਉਹ ਕੰਧ ਉਹ ਆ ਗਿਆ, ਕੰਧ ਉਤਰ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਬਹਿ ਗਿਆ। ਉਹਨੂੰ ਦਿਖਾਉਣ ਲੱਗਾ ਵੀ ਮੇਰੇ ਕੋਲ ਐਡੀ ਪਾਵਰ, ਮੈਂ ਕੰਧ ਤੇ ਚੱਲ ਕੇ ਆ ਜਾਣਾ। ਤੇ ਗੁਰੂ ਨਾਨਕ ਸਾਹਿਬ ਜਦੋਂ ਬਹਿ ਗਿਆ ਫਿਰ ਮਾਰਨ ਕਹਿਣ ਲੱਗੇ, ਫੇਰ ਸ਼ਬਦ ਉਚਾਰਨ ਕੀਤਾ ਮਹਾਰਾਜ ਨੇ,
अपना पूज लगे पीर आखिए, तू अपने आप ਨੂੰ ਪੀਰ ਸਦਾਉਣਾ ਤਾਂ ਲੋਕੀ ਤੇਰੀ ਪੂਜਾ ਕਰਦੇ ਆ, ਇਹ ਕਰਦੇ ਆ। ਤੇ ਮਾਰਾਂਗੇ ਪੂਜ ਲੱਗੇ ਪੀਰ ਆਖੀਏ, ਸਭ ਮਿਲੇ ਸੰਸਾਰ ਤੇਰੇ, ਆਣ ਕੇ ਲੋਕੀ ਪੈਰੀਂ ਹੱਥ ਲਾਉਂਦੇ ਤੈਨੂੰ ਮੱਥਾ ਟੇਕਦੇ ਆ ਨਾ, ਇਹ ਟੇਕਦੇ ਆ। ਤੇ ਤੁਹਾਨੂੰ ਇਹਦੇ ਕੀ ਇਤਰਾਜ਼ ਵਾ? ਮੱਥਾ ਮੈਨੂੰ ਟੇਕਦੇ ਨੇ ਲੋਕੀ, ਮੇਰੇ ਕੋਲ ਆਉਂਦੇ ਨੇ, ਤੁਹਾਨੂੰ ਕੀ ਇਤਰਾਜ਼ ਹੈ ਇਹਦੇ ਵਿੱਚ? ਮਾਰ ਕਹਿੰਦੇ ਅਗਲੀ ਗੱਲ ਤੇ ਸਾਡੀ ਸੁਣ ਲਾ, ਪਹਿਲੋਂ ਕਾਲਾ ਕਾਤੋਂ ਪੈਣਾ ਤੂੰ। ਪੂਜ ਲੱਗੇ ਪੀਰ ਆਖੀਏ, ਸਭ ਮਿਲੇ ਸੰਸਾਰ, ਨਾਉ ਸਦਾਏ ਆਪਣਾ ਹੋਵੇਂ ਸਿੱਧ ਸਮਾਰ। ਤੇ ਤੂੰ ਰਿੱਧੀਆਂ ਸਿੱਧੀਆਂ ਨਾਲ ਆਪਣੇ ਆਪ ਨੂੰ, ਆਪਣੇ ਨਾਮ ਨੂੰ ਉੱਚਾ ਕਰਨਾ ਕਰ ਲਿਆ, ਚਮਕਾ ਲਿਆ ਹੀ ਨਾ। ਜਾਂ ਪਤ ਲੇਖੇ ਨਾ ਪਵੇ ਤਾਂ ਸਭਾ ਪੂਜ ਖਵਾਰ। ਮਾਰ ਕਹਿੰਦੇ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਦੁਆਰਾ ਤੈਨੂੰ ਇੱਜ਼ਤ ਮਾਣ ਮਿਲੀ ਆ, ਇਹ ਦਰਗਾਹ ਵਿੱਚ ਨਹੀਂ ਇਹਦੀ ਕੋਈ ਕੀਮਤ ਹੈਗੀ। ਅੱਗੇ ਰਿੱਧੀਆਂ ਸਿੱਧੀਆਂ ਦੀ ਕੋਈ ਕੀਮਤ ਨਹੀਂ ਹੈ। ਤੇ ਕਹਿਣ ਲੱਗਾ ਫਿਰ ਅੱਗੇ ਕਿਹਦੀ ਕੀਮਤ ਵਾ? ਤੇ ਮਹਾਰਾਜ ਕਹਿੰਦੇ ਜਿਨ ਕੋ ਸਤਿਗੁਰ ਥਾਪਿਆ। ਇਹ ਤੂੰ ਤੇ ਰਿੱਧੀਆਂ ਸਿੱਧੀਆਂ ਦੁਆਰਾ ਪੂਜਾ ਕਰਦਾ, ਇੱਥੇ ਪੂਜਾ ਜਿਹਨੂੰ ਗੁਰੂ ਥਾਪਣਾ ਦੇ ਦੇ ਨਾ, ਅਸਲੀ ਪੂਜਾ ਉਹ ਹੁੰਦੀ ਆ ਜਿਹੜੀ ਗੁਰੂ ਪੀਰ ਦੀ ਕੋਈ ਸੇਵਾ ਕਰਕੇ ਕੋਈ ਰਹਿਮਤਾਂ ਲਈਆਂ ਹੋਣ, ਅਸਲੀ ਕਰਾਮਾਤ ਉਹ ਹੁੰਦੀ ਹੈ। ਇਹ ਚਿਲਿਆਂ ਆਪਣੇ ਭੋਰਿਆਂ 'ਚ ਬਹਿ ਕੇ ਚਿਲੇ ਕੱਟ ਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ, ਇਹਨਾਂ ਤੇ ਆਪਣੀ ਪੂਜਾ ਕਰਾਉਣੀ ਤੇ ਮੱਥੇ ਟਿਕਾਉਣੇ, ਇਹਨਾਂ ਕੰਮਾਂ ਦਾ ਅੱਗੇ ਕੋਈ ਮਿਲਦਾ ਨਹੀਂ ਹੈ। ਮਰ ਕਹਿੰਦੇ ਜਿਨ ਕੋ ਸਤਿਗੁਰ ਥਾਪਿਆ ਤੇ ਨਾ ਮੇਟ ਨਾ ਸਕੇ ਕੋਏ, ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋਂ ਪ੍ਰਗਟ ਹੋਏ। ਉਹ ਰਿੱਧੀਆਂ ਸਿੱਧੀਆਂ ਕਰਕੇ ਨਹੀਂ, ਉਹ ਨਾਮ ਕਰਕੇ ਪ੍ਰਗਟ ਹੁੰਦੇ ਨੇ। ਤੇ ਜਿਹੜੀਆਂ ਤੂੰ ਰਿੱਧੀਆਂ ਸਿੱਧੀਆਂ ਲਈ ਫਿਰਦਾ, ਮਰਨ ਖੇਹੂ ਖੇਰ ਲਾਈਏ ਤਾਂ ਜਿਉ ਕਿਹਾ ਹੋਏ। ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ। ਮਾਰ ਕਹਿੰਦੇ ਜਿਹੜੀਆਂ ਤੇਰੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਜਿੱਦਣ ਤੂੰ ਸੜ ਗਿਆ ਨਾਲ ਹੀ ਸੜ ਜਾਣੀਆਂ। ਖੇਹੂ ਖੇਰ ਲਾਈਏ ਤਾਂ ਜਿਉ ਕਿਹਾ ਹੋਏ। ਇਹ ਤੇ ਤੇਰੀ ਜਿੰਦ ਮਿੱਟੀ ਵਿੱਚ ਰਲ ਜਾਣੀ, ਤੇ ਜਿੰਦ ਦਾ ਕੀ ਬਣੂ ਤੇਰਾ? ਇਹ ਸਰੀਰ ਤਾਂ ਤੇਰਾ ਮਿੱਟੀ 'ਚ ਰਲ ਜਾਣਾ। ਖੇਹੂ ਖੇਰ ਲਾਈਏ ਤਾਂ ਜਿਉ ਕਿਹਾ ਹੋਏ, ਜਲੀਆਂ ਸਭ ਸਿਆਣਪਾਂ। ਇਹ ਜਿਹੜੀਆਂ ਤੇਰੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਸਿਆਣਪਾਂ ਸਭ ਸੜ ਜਾਣੀਆਂ। ਉੱਠੀ ਚੱਲਿਆ ਰੋਏ। ਅਖੀਰ ਸਮੇਂ ਰੋਣਾ ਪੈਣਾ ਤੈਨੂੰ। ਨਾਨਕ ਨਾਮ ਵਿਸਾਰਿਆ। ਜਿਨ੍ਹਾਂ ਨੇ ਰੱਬ ਦਾ ਨਾਮ ਵਿਸਾਰ ਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੀਆਂ ਤੇ ਆਪਣੀ ਪੂਜਾ ਕਰਾਉਂਦੇ ਨੇ। ਨਾਨਕ ਨਾਮ ਵਿਸਾਰਿਆ ਦਰ ਗਏ ਆਖਿਆ ਹੋਏ। ਉਹਨਾਂ ਦਾ ਅੱਗੇ ਕੀ ਹਾਲ ਹੋਣਾ ਜਿਨ੍ਹਾਂ ਨੇ ਰੱਬ ਦਾ ਨਾਮ ਵਿਸਾਰ ਦਿੱਤਾ। ਬਾਬੇ ਫਰੀਦ ਜੀ ਨੇ ਨਹੀਂ ਕਿਹਾ ਫਰੀਦਾ ਤਿੰਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨੇ ਨਾਉ ਐਥੇ ਦੁੱਖ ਕਨੇਰਿਆ। ਅਗਰ ਰੱਬ ਦਾ ਕੋਈ ਨਾਮ ਨਹੀਂ ਹੈ ਜ਼ਿੰਦਗੀ ਵਿੱਚ, ਕੋਈ ਸੰਗਤ ਨਹੀਂ ਆ, ਕੋਈ ਅੰਮ੍ਰਿਤ ਵੇਲਾ ਨਹੀਂ ਆ, ਗੁਰੂ ਕੀ ਬਾਣੀ ਦਾ ਪਾਠ ਪਠਨ ਨਹੀਂ ਆ, ਤੇ ਜ਼ਿੰਦਗੀ ਸੁਖਾਲੀ ਕਿਵੇਂ ਹੋ ਸਕਦੀ ਹੈ? ਫਰੀਦਾ ਤਿੰਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ ਐਥੇ ਦੁੱਖ ਕਨੇਰਿਆ। ਅੱਗੇ ਠੌਰ ਨਾ ਠਾਉ। ਤੇ ਜੇ ਰੱਬ ਦੇ ਨਾਮ ਤੋਂ ਟੁੱਟ ਕੇ ਇੱਥੇ ਵੀ ਰਵਾਂਗੇ ਤੇ ਤਾਂ ਵੀ ਦੁਖੀ ਰਵਾਂਗੇ, ਤੇ ਅੱਗੇ ਤੇ ਥਾਂ ਕੋਈ ਮਿਲੇ ਤੇ ਹੋ ਹੀ ਨਹੀਂ ਸਕਦਾ। ਉਹ ਫਿਰ ਮਹਾਰਾਜ ਨੇ ਜਦੋਂ ਆਖਿਆ ਨਾ, ਤੇ ਉਹ ਕਰਾਮਾਤ ਦਿਖਾਈ, ਉਹਨੇ ਕੰਧ ਤੇ ਚੜ ਕੇ ਆ ਗਿਆ। ਤੇ ਸਾਹਿਬ ਨੇ ਕਿਹਾ ਤੂੰ ਬਚਨ ਕਿਹਾ ਸੀ ਸਾਡੇ ਬਾਰੇ ਕਿਤੇ ਵੀ ਅਸੀਂ ਨਿੰਬੂ ਵਾਂਗੂ ਨਿਚੋੜ ਦਿੰਨੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤੈਨੂੰ ਵੇਲਣੇ ਵਾਂਗੂ ਪੀੜ ਦੂੰਗਾ। ਔਖਾ ਹੋ ਕੇ ਤੇ ਉੱਠ ਖਲੋਤਾ ਬਾਬਾ ਜੀ ਦੀ ਕੋਲੋਂ, ਗੁਰੂ ਨਾਨਕ ਸਾਹਿਬ ਦੇ ਕੋਲੋਂ। ਉੱਠ ਕੇ ਕੰਧ ਤੇ ਬਹਿ ਗਿਆ ਤੇ ਕੰਧ ਨੂੰ ਕਹਿੰਦਾ ਚੱਲ ਚੱਲੀਏ। ਕੰਧ ਹੁਣ ਕਿੱਥੋਂ ਚੱਲੂ? ਅਗਲੇ ਨੇ ਵੇਲਣਾ ਚਲਾ ਦਿੱਤਾ ਸੀ। ਉਹ ਤਾਂ ਕਹਿੰਦਾ ਨਾ ਮੈਂ ਉਹ ਨਿੰਬੂ ਵਾਂਗੂ ਪੀੜੂ, ਤੇ ਬਾਬਾ ਕਹਿੰਦੇ ਤੈਨੂੰ ਵੇਲਣੇ ਚੋਂ ਕੱਢ ਦਿਆਂਗੇ, ਵੇਲਣੇ ਵਾਂਗੂ ਪੀੜ ਦਿਆਂਗੇ।
ਹੁਣ ਕਰਾਮਾਤਾਂ ਦੇ ਨਾਲ ਉਹ ਕੰਧ ਨੂੰ ਚਲਾਉਣ ਲੱਗਾ, ਕੰਧ ਤੇ ਵੇਖੇ ਤੇ ਅਗਲਿਆਂ ਨੇ ਵੇਲ ਨਾਲ ਪਹਿਲੋਂ ਚਲਾ ਛੱਡਿਆ, ਕਰਾਮਾਤਾਂ ਸਭ ਖਤਮ ਕਰ ਛੱਡੀਆਂ ਸੀ ਸ਼ਕਤੀਆਂ। ਕੰਧ ਚੱਲੀ ਨਹੀਂ, ਖਾਲੀ ਹੋ ਗਿਆ ਕਰਾਮਾਤਾਂ ਤੋਂ। ਜਿੱਦਾਂ ਬੰਦਾ ਸਿੰਘ ਬਹਾਦਰ ਕਰਾਮਾਤਾਂ ਦਿਖਾਉਣ ਲੱਗਾ ਸੀ ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ। ਤੁਸੀਂ ਜਾਣਦੇ ਹੋ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੀ ਜੀਵਨ ਗਾਥਾ। ਗੁਰੂ ਗੋਬਿੰਦ ਸੱਚੇ ਪਾਤਸ਼ਾਹ ਉਹਦੇ ਜਦੋਂ ਪਲੰਘੇ ਤੇ ਜਾ ਕੇ ਬਹਿੰਦੇ ਆ ਨਾ, ਤੇ ਮਾਧੋ ਦਾਸ ਉਹਦੀ ਇੱਕ ਵਾੜਾ ਸੀ, ਵਾੜਾ ਹੁੰਦਾ ਵੀ ਮੋੜੀਆਂ ਬਾੜੀਆਂ ਲਾ ਕੇ ਜਗ੍ਹਾ ਬਣਾਈ ਆਪਣੇ ਰਹਿਣ ਵਾਸਤੇ, ਤੇ ਅੰਦਰ ਰਹਿਣਾ, ਉਹਨੂੰ ਵਾੜਾ ਬੋਲਿਆ ਜਾਂਦਾ ਸੀ, ਜਿਹਨੇ ਖਾਲਾ ਜੀ ਦਾ ਵਾੜਾ। ਉਹ ਵਾੜਾ ਬਣਾਇਆ ਜਾਂਦਾ ਸੀ ਮੋੜੀਆਂ ਲਾ ਕੇ। ਹੁਣ ਚਲੋ ਹੁਣ ਉਦੋਂ ਇੱਟਾਂ ਉੱਟਾਂ ਨਹੀਂ ਹੁੰਦੀਆਂ, ਇਹੋ ਸਿਸਟਮ ਹੁੰਦਾ ਸੀ, ਵਾੜ ਕਰ ਲੈਣੀ, ਉਲਟੀ ਵਾੜ ਖੇਤ ਕੋ ਖਾਵੇ। ਉਹਨੇ ਵਾੜਾ ਬਣਾਇਆ ਸੀ, ਤੇ ਵਾੜਾ ਦੇ ਇੱਕ ਕੰਢੇ ਕੁਟੀਆ ਸੀ ਮਾਧੋ ਦਾਸ ਬੈਰਾਗੀ ਦੀ, ਤੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਉਹਦੇ ਵਾੜੇ 'ਚ ਵੜ ਕੇ ਉਹਦੇ ਮੰਜੇ ਤੇ ਬਹਿ ਜਾਂਦੇ ਨੇ, ਮੰਜਾ ਰੱਖਿਆ ਸੀ। ਇਹ ਆਪਣੀ ਕੁਟੀਆ 'ਚੋਂ ਵੇਖਦਾ ਕਿ ਬਾਹਰ ਕੋਈ ਬੰਦਾ ਆਣ ਕੇ ਬਹਿ ਗਿਆ। ਉਹ ਜਿਹੜੀ ਤੁਸੀਂ ਸਾਖੀਆਂ ਸੁਣਦੇ ਉਹ ਹਵਾ ਦੀਆਂ ਗੱਲਾਂ, ਮੈਂ ਉਹ ਗੱਲਾਂ ਨਹੀਂ ਕਰਦਾ। ਉਹ ਚੇਲੇ ਭੱਜ ਗਏ ਜੀ, ਉਹਨੇ ਆਖਿਆ ਬੱਕਰੇ ਵੱਢਤੇ। ਇਹ ਇੰਨੀਆਂ ਅਣਹੋਣੀਆਂ ਗੱਲਾਂ ਧਰਮ ਵਿੱਚ ਵਾੜ ਦਿੱਤੀਆਂ ਨਾ ਲੋਕਾਂ ਨੇ। ਉਹਨੇ ਜਦੋਂ ਮਾਧੋ ਦਾਸ ਨੇ ਵੇਖਿਆ ਕਿ ਮੇਰੇ ਬਾਹਰ ਵਾੜੇ ਤੇ ਮੰਜੇ ਤੇ ਕੋ ਆਣ ਕੇ ਬਹਿ ਗਿਆ, ਤੂੰ ਆਪਣੀ ਕੁਟੀਆ 'ਚੋਂ ਮੰਤਰ ਪੜ੍ਹਨ ਲੱਗਾ, ਮੰਜਾ ਹਿੱਲਿਆ ਨਹੀਂ। ਮਾਰਨ ਤੀਰ, ਉਹ ਮਾੜਾ ਜਿਹਾ ਹਿੱਲਿਆ ਪਹਿਲੋਂ, ਕਹਿੰਦੇ ਮਾਰਨ ਤੀਰ ਰੱਖਦਾ ਪਾਵ ਦੇ ਨਾਲ, ਮੁੜ ਕੇ ਹਿੱਲਣੋਂ ਹਟ ਗਿਆ। ਉਹ ਵੇਖ ਸੋਚ ਗਿਆ ਵੀ ਇਹ ਕੋਈ ਵੱਡਾ ਕਰਾਮਾਤੀ ਆ। ਫਿਰ ਗੁਰੂ ਗੋਬਿੰਦ ਸਿੰਘ ਦੇ ਚਰਨੀ ਲੱਗਦਾ, ਮਾਰ ਕਹਿੰਦੇ ਕੌਣ ਆ? ਕਹਿ ਲੱਗ ਮੈਂ ਤੁਹਾਡਾ ਬੰਦਾ ਵਾਂ। ਕਹਿਣ ਲੱਗ ਬੰਦਾ ਤੇ ਕੰਮ ਤੇ ਬੰਦਿਆਂ ਵਾਲੇ ਤੂੰ ਕਰਦਾ, ਜੇ ਤੂੰ ਬੰਦਾ ਵਾਂ ਤੇ ਕੰਮ ਬੰਦਿਆਂ ਵਾਲੇ ਕਿਉਂ ਨਹੀਂ ਕਰਦਾ? ਫਿਰ ਇਹ ਜਿੰਨੇ ਸਿੱਧ ਜੋਗੀ ਪੀਰ ਸੀ ਇਹ ਬੰਦਿਆਂ ਵਾਲੇ ਕੰਮ ਨਹੀਂ ਸੀ ਕਰਦੇ। ਇਹ ਮੀਆਂ ਵੀ ਇਹੋ ਕੁਛ ਕਰਨ ਲੱਗਾ। ਗੁਰੂ ਨਾਨਕ ਸਾਹਿਬ ਨੇ ਸੱਚੇ ਮਾਰ ਨੇ ਆਖਿਆ ਤੈਨੂੰ ਵੇਲ ਨੇ, ਜਦੋਂ ਕੰਧ ਤੇ ਬਹਿ ਗਿਆ ਮੀਆਂ, ਕੰਧ ਤੁਰੀ ਨਾ, ਬਾਬਾ ਜੀ ਨੇ ਵੇਲ ਨਾਲ ਚਲਾ ਛੱਡਿਆ, ਅੱਧੀਆਂ ਸਿੱਧੀਆਂ ਕਰਾਮਾਤਾਂ ਮੁੱਕ ਗਈਆਂ। ਫਿਰ ਗੁਰੂ ਨਾਨਕ ਸਾਹਿਬ ਦੇ ਚਰਨੀ ਆਣ ਕੇ ਟੱਠਾ ਤੇ ਮਹਾਰਾਜ ਦਾ ਮਰੀਦ ਬਣ ਗਿਆ। ਉਹਨੇ ਆਖਿਆ ਬੰਦਾ ਬਣ ਜਾ, ਜਿਹੜੀਆਂ ਤੇਰੇ ਕੋਲ ਰਿੱਧੀਆਂ ਸਿੱਧੀਆਂ ਕਰਾਮਾਤਾਂ, ਇਹਦੇ ਨਾਲ ਤੈਨੂੰ ਕੁਛ ਨਹੀਂ ਮਿਲਣਾ। ਲੋਕਾਂ ਨੂੰ ਤੇ ਤੂੰ ਵਰ ਸਰਾਫ ਦੇਈ ਜਾਣਾ, ਕਿਸੇ ਨੂੰ ਪੁੱਤ ਦੇ ਦੇਣਾ ਤੇ ਕਿਸੇ ਨੂੰ ਪੁੱਤ ਦੇ ਦੇਣਾ, ਤੇ ਤੈਨੂੰ ਅੱਗੇ ਇਹਦਾ ਕੁਛ ਨਹੀਂ ਉਹ ਮਿਲਣਾ। ਤੇ ਰੱਬ ਦੀ ਬੰਦਗੀ ਕਰਿਆ ਕਰ, ਸੰਗਤ ਕਰਿਆ ਕਰ ਭਲਿਆਂ ਦੀ, ਤੇ ਲੋਕਾਂ ਦਾ ਭਲਾ ਕਰਿਆ ਕਰ, ਤੇ ਤੇਰਾ ਵੀ ਭਲਾ ਹੋ ਜੂ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਪੇ ਚੜਿਆ ਸੋਧਣ ਤਰਤ ਲਕਾਈ। ਉਹ ਫਿਰ ਜਦੋਂ ਗੁਰੂ ਨਾਨਕ ਸਾਹਿਬ ਤੁਰਦੇ ਸੀ ਨਾ ਸੋਧਣ ਵਾਸਤੇ, ਫਿਰ ਸਹਿਜ ਦੇ ਘੋੜੇ ਤੇ ਸਵਾਰ ਹੋ ਕੇ ਤੇ ਧਰਮ ਦਾ ਝੰਡਾ ਲੈ ਕੇ, ਤੇ ਸ਼ਬਦ ਦਾ ਨੇਜਾ ਲੈ ਕੇ, ਪ੍ਰੇਮ ਦਾ ਤੀਰ ਲੈ ਕੇ, ਗਿਆਨ ਦਾ ਖੰਡਾ ਲੈ ਕੇ, ਕਰਾਮਾਤਾਂ ਦਾ ਗੋਲਾ ਲੈ ਕੇ ਫਿਰ ਸੱਚੇ ਪਾਤਸ਼ਾਹ ਤੁਰਦੇ ਸੀ। ਤੇ ਫਿਰ ਉੱਥੇ ਤਹਿਸ ਨਹਿਸ ਕਰਕੇ ਫਿਰ ਆਪਣੇ ਨਾਮ ਦਾ, ਸਤਨਾਮ ਦਾ ਚੱਕਰ ਫਰਾਇਆ। ਉਹ ਪੁਰਾਣੇ ਝੰਡੇ ਪੁੱਟੇ ਜਾਂਦੇ ਸੀ, ਬਾਬਾ ਜੀ ਦੇ ਨਾਮ ਦਾ ਝੰਡਾ ਝੁੱਲ ਜਾਂਦਾ ਸੀ, ਉੱਥੇ ਵੀ ਝੁੱਲਿਆ। ਉਹ ਅੱਜ 2 ਜਗ੍ਹਾ ਨੇ ਉਸ ਪਿੰਡ ਦੇ ਵਿੱਚ। ਇਹ ਕਰਤਾਰਪੁਰ ਤੋਂ 12-13 ਕਿਲੋਮੀਟਰ ਹਟਵਾ ਕੁਠਿਆਲਾ ਪਿੰਡ ਹੈ। ਬਾਰ-ਬਾਰ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਜਗ੍ਹਾ ਵਾ, ਤੇ ਅੰਦਰ ਉਹ ਅਬਦੁਲ ਰਹਿਮਾਨ ਤੇ ਮੀਆਂ ਮਿੱਠਾ ਜਿਹੜਾ ਉਹਦੀ ਜਗ੍ਹਾ ਵਾ। ਇੱਥੇ ਫਿਰ ਮਾਰ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਰਾਹਤ ਮਿਲੀ ਜਿਹੜੇ ਉਹ ਤੋਂ ਡਰਦੇ ਸੀ, ਵਾਰ ਸਰਾਫ ਦਿੰਦਾ। ਮਾਰ ਆਖਿਆ ਨਾ ਅੱਜ ਤੋਂ ਬਾਅਦ ਨਾ ਕਿਸੇ ਨੂੰ, ਮਾਰਨ ਨੂੰ ਵੇਲਣੇ 'ਚ ਪੀੜ ਦਿੱਤਾ ਸਾਰੀਆਂ ਕਰਾਮਾਤਾਂ। ਲੋਕਾਂ ਨੂੰ ਆਖਿਆ ਹੁਣ ਨਹੀਂ ਡਰਨ ਦੀ ਲੋੜ, ਇਹਦੀ ਜ਼ਹਿਰ ਅਸੀਂ ਕੱਢ ਦਿੱਤੀ ਆ। ਇਹਦਾ ਪਹਿਲਾਂ ਨਾਂ ਸੀ ਮੀਆਂ ਮਿੱਠਾ, ਹੈਗਾ ਸੀ ਇਹ ਕੌੜਾ, ਹੁਣ ਮਿੱਠਾ ਹੋ ਗਿਆ ਹੈ, ਹੁਣ ਨਹੀਂ ਤੁਹਾਨੂੰ ਵਾਰ ਸਰਾਪ ਦਊਗਾ। ਹੁਣ ਇਹ ਤੁਹਾਡੇ ਨਾਲ ਹੁਣ ਸੇਵਾ ਕਰਿਆ ਕਰੂ ਰਲ ਕੇ। ਇਹ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਕਰਤਾਰਪੁਰ ਜਦੋਂ ਲਹਿਣਾ ਜੀ ਉੱਥੇ ਘਾਲਣਾ ਘਾਲਦੇ ਸੀ, ਉਹ ਸਮੇਂ ਦੀ ਇਹ ਘਟਨਾ ਨੂੰ ਆਪਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀਵਨ ਦੇ ਵਿੱਚੋਂ ਲੈ ਕੇ ਸਾਂਝਾ ਕੀਤਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰ, ਰਹਿਮਤਾਂ ਬਖਸ਼ਿਆ ਕਰਨ ਭਾਈ। ਸਮਾਂ ਵਕਤ ਮਾਂ ਬਾਣੀ ਕਹਿੰਦੀ ਵਕਤ ਵਿਚਾਰੇ ਸੋ ਬੰਦਾ ਹੋਵੇ। ਵਕਤ ਦੀ ਵਿਚਾਰ ਕਰਿਆ ਕਰੋ ਭਾਈ। ਹੁਣ ਅੱਜ ਕੱਲ੍ਹ ਕੋਈ ਹਥਿਆਰਾਂ ਦਾ ਸਮਾਂ ਨਹੀਂ ਹੈ, ਤੁਸੀਂ ਲੜ ਕੇ ਕੁਛ ਪ੍ਰਾਪਤ ਕਰ ਸਕੋ, ਇਹ ਹੁਣ ਸਮਾਂ ਨਹੀਂ ਹੈ ਭਾਈ। ਸਮਾਂ ਬਦਲ ਗਿਆ ਤੇ ਸਾਨੂੰ ਬਦਲ ਜਾਣਾ ਚਾਹੀਦਾ। ਸਾਡੇ ਪ੍ਰਚਾਰਕਾਂ ਨੇ ਸਾਡੀ ਕੌਮ ਦਾ ਬੇੜਾ ਗਰ ਕਰਕੇ ਰੱਖ ਦਿੱਤਾ। ਇਹਨਾਂ ਨੇ ਨੌਜਵਾਨਾਂ ਨੂੰ ਭੜਕਾਇਆ,
ਗਲਤ ਸਾਖੀਆਂ ਸੁਣਾ ਸੁਣਾ ਕੇ। ਜਦੋਂ ਹਿਟਲਰ ਨੇ ਯਹੂਦੀਆਂ ਦਾ ਸਤਿਆਨਾਸ਼ ਕਰ ਦਿੱਤਾ, ਚੈਂਬਰਾਂ 'ਚ ਪਾ ਪਾਰ ਕੇ ਲੱਖਾਂ ਬੰਦਾ ਸਾੜ ਕੇ ਸਵਾਹ ਕਰ ਦਿੱਤਾ, ਤੇ ਥੋੜ੍ਹੇ ਜਿਹੇ ਯਹੂਦੀ ਰਹਿ ਗਏ, ਕਿਉਂਕਿ ਯਹੂਦੀ ਜਿਹੜੇ ਸੀ ਉਹ ਮੂਸਾ ਨੂੰ ਮੰਨਦੇ ਸੀ ਤੇ ਹਿਟਲਰ ਜਿਹੜਾ ਉਹ ਈਸਾ ਨੂੰ ਮੰਨਦਾ ਸੀ। ਥੋੜ੍ਹੇ ਜਿਹੇ ਯਹੂਦੀ ਰਹਿ ਗਏ ਤੇ ਸਤਿਆਨਾਸ਼ ਹੋ ਗਿਆ ਕੌਮ ਦਾ। ਫਿਰ ਉਹਨਾਂ ਨੇ ਆਖਿਆ ਵੀ ਹੁਣ ਕਿਵੇਂ ਕਾਮਯਾਬ ਹੋਣਾ। ਉਹਨਾਂ ਆਖਿਆ ਹੁਣ ਹਰ ਘਰ ਵਿੱਚ ਕਲਮਾਂ ਵੰਡੋ, ਕਿਤਾਬਾਂ ਵੰਡੋ, ਕਾਪੀਆਂ ਵੰਡੋ ਤੇ ਲੋ ਇਹਨਾਂ ਨੂੰ ਪੜ੍ਹਾਈ ਦੇ ਪਾਸੇ ਲਾ ਦਿਓ। ਇਸ ਵੇਲੇ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਉਹ ਯਹੂਦੀ ਨੇ। ਉਹ ਥੋੜ੍ਹੇ ਸਮੇਂ 'ਚ ਉਹਨਾਂ ਆਖਿਆ 10 ਰੁਪਈਏ ਘਰ ਰੱਖੋ, 90 ਰੁਪਈਏ ਆਪਣੇ ਧਰਮ ਨੂੰ ਬਚਾਉਣ ਵਾਸਤੇ ਲਾਓ। ਅੱਗੇ ਤਾਂ ਕਹਿੰਦੇ ਵੀ 100 ਰੁਪਈਏ ਦੇ ਵਿੱਚੋਂ 10 ਰੁਪਈਏ ਦਸਵੰਧ ਕੱਢੋ। ਉਹਨਾਂ ਆਖਿਆ ਨਹੀਂ, 10 ਰੁਪਈਏ ਘਰ ਰੱਖੋ ਤੇ 90 ਰੁਪਈਏ ਧਰਮ ਨੂੰ ਬਚਾਉਣ ਵਾਸਤੇ ਕੱਢੋ। ਬੱਚਿਆਂ ਨੂੰ ਪੜ੍ਹਾਓ, ਕਲਮਾਂ, ਦਵੈਤਾਂ, ਸਵਾਈਆਂ, ਸਕੂਲ, ਕਾਲਜ ਖੋਲ੍ਹੋ, ਹਸਪਤਾਲ ਖੋਲ੍ਹੋ। ਤੇ ਥੋੜ੍ਹੇ ਸਮੇਂ 'ਚ ਉਹ ਕੌਮ ਫੇਰ ਦੁਨੀਆ ਦੇ ਨਕਸ਼ੇ 'ਤੇ ਆ ਗਈ। ਸਾਨੂੰ ਵੀ ਉਹ ਕੁਛ ਕਰਨਾ ਪੈਣਾ ਹੈ। ਹੁਣ ਹਥਿਆਰ ਚੁੱਕਿਆ ਕੁਛ ਨਹੀਂ ਹੋਣਾ, ਚੁੱਕ ਕੇ ਵੇਖ ਲਿਆ, ਉਹਦਾ ਐਂਡ ਬੜਾ ਮਾੜਾ ਹੋਇਆ, ਕੌਮ ਬਰਬਾਦ ਹੋ ਗਈ, ਵਿਧਵਾ ਕਲੋਨੀਆਂ ਬਣ ਗਈਆਂ ਸਾਡੀਆਂ। ਹੁਣ ਬਸ ਇੱਕੋ ਤਰੀਕਾ ਭਾਈ, ਸਭੇ ਸਾਂਝੀ ਵਾਲ ਸਦਾਇਣ, ਤੂੰ ਕਿਸੇ ਨਾ ਦਿਸੇ ਬਾਹਰਾਂ ਜਿਓ। ਨੁਕਸਾਨ ਸਾਡਾ ਵੀ ਹੋਇਆ, ਨੁਕਸਾਨ ਉਹਨਾਂ ਦਾ ਵੀ ਹੋਇਆ, ਪਰ ਹੁਣ ਇਹਨਾਂ ਮਸਲਿਆਂ ਨੂੰ ਅਸੀਂ ਪ੍ਰੇਮ ਨਾਲ ਹੀ ਹੱਲ ਕਰ ਸਕਦੇ ਹਾਂ। ਬਸ ਇੱਕੋ ਤਰੀਕਾ ਭਾਈ, ਬੱਚਿਆਂ ਨੂੰ ਪੜ੍ਹਾਓ ਲਿਖਾਓ, ਅਫਸਰ ਬਣਾਓ ਵੱਡੇ ਵੱਡੇ, ਹੋਰ ਕੋਈ ਤਰੀਕਾ ਨਹੀਂ। ਕੱਲ੍ਹ ਵੀ ਬੱਚੇ ਦੀ ਮੈਂ ਇੰਟਰਵਿਊ ਸੁਣ ਰਿਹਾ ਹੁੰਦੇ ਆ, ਕੋਈ ਨਹੀਂ, ਹੁਣ ਖਾਲਿਸਤਾਨ ਬਣਾਉਣ ਦਾ ਇੱਕੋ ਤਰੀਕਾ, ਪੜ੍ਹੋ ਲਿਖੋ ਤੇ ਚੰਗੇ ਅਫਸਰ ਬਣ ਕੇ ਜਦੋਂ ਗੁਰਸਿੱਖ ਉੱਚੀਆਂ ਅਹੁਦਿਆਂ 'ਤੇ ਬਹਿ ਜਾਣਗੇ ਤੇ ਆਪੇ ਖਾਲਿਸਤਾਨ। ਹੋਰ ਕਿਹੜੇ ਖਾਲਿਸਤਾਨ ਨੂੰ ਲੈਣਾ ਚਾਹੁੰਦੇ ਤੁਸੀਂ? ਪੰਜਾਬ 'ਚ ਤਾਂ ਤੁਹਾਡੀ ਕੋਈ ਗਿਣਤੀ ਹੈ ਨਹੀਂ। ਆ ਜਿਹੜੇ ਰੈਫਰੈਂਡਮ ਵਾਲੇ ਤੁਰੇ ਫਿਰਦੇ ਆ 2020 ਵਾਲੇ, ਉਹ ਭਲਿਓ ਮਾਨਸੋ ਕਿਉਂ ਕੌਮ ਨੂੰ ਬੁੱਧੂ ਬਣਾਉਣ 'ਤੇ ਲੱਗੇ ਹੋਏ ਹੋ? ਪੰਜਾਬ 'ਚ ਤੁਹਾਡੀ ਕਿੰਨੀ ਕੁ ਗਿਣਤੀ ਆ? 100 ਦੇ ਵਿੱਚੋਂ ਤੁਹਾਨੂੰ 2 ਵੋਟਾਂ ਨਹੀਂ ਮਿਲਣੀਆਂ ਰੈਫਰੈਂਡਮ 2020 ਦੇ। ਤੇ ਨਾ ਕੌਮ ਨੂੰ ਬੁੱਧੂ ਬਣਾਓ, ਅੱਗੇ ਬੜਾ ਕੌਮ ਦਾ ਨੁਕਸਾਨ ਹੋ ਚੁੱਕਾ ਹੈ। ਤੇ ਸਾਂਝੀਵਾਲਤਾ ਦਾ ਉਪਦੇਸ਼ ਦਿਓ, ਪ੍ਰੇਮ ਕੀਓ ਜਨ ਤਿਨ ਹੀ ਪ੍ਰਭ ਪਾਇਓ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹੋ ਜਿਹੇ 84 ਵਰਗੇ ਦੁਖਾਂਤ ਸਾਨੂੰ ਮੁੜ ਕੇ ਨਾ ਦੇਖਣੇ ਪੈਣ। ਇਹ ਜਿਨ੍ਹਾਂ ਨੇ ਵੇਖਿਆ, ਹੁਣ ਜਿਹੜੇ ਨੌਜਵਾਨ 35 36 ਸਾਲ ਦੇ ਇੰਟਰਵਿਊਆਂ ਦੇਂਦੇ ਨੇ, ਚੈਨਲਾਂ 'ਤੇ ਬਹਿ ਕੇ ਤੇ ਵਟਸਐਪਾਂ 'ਤੇ ਫੇਸਬੁੱਕਾਂ 'ਤੇ ਗੱਲਾਂ ਕਰਦੇ, ਇਹਨਾਂ ਨੂੰ ਕੀ ਪਤਾ? ਜਿਹੜੇ ਪਰਿਵਾਰ ਬਰਬਾਦ ਹੋ ਗਏ, ਉੱਜੜ ਗਏ, 20 ਸਾਲ 15 ਸਾਲ ਪੰਜਾਬ 'ਚ ਅੱਗ ਲੱਗੀ ਰਹੀ, ਰਾਤ ਨੂੰ ਕੋਈ ਪਿਸ਼ਾਬ ਕਰਨ ਨਹੀਂ ਬਾਹਰ ਨਿਕਲਦਾ। ਉਦੋਂ ਲੈਟਰਿੰਗ ਬਾਥਰੂਮ ਤੇ ਹੁੰਦੀਆਂ ਨਹੀਂ ਸੀ, ਅੰਦਰ ਲੋਕਾਂ ਨੇ ਬਾਲਟੇ ਰੱਖੇ ਹੁੰਦੇ ਸੀ। ਪਤਾ ਨਹੀਂ ਬਾਹਰ ਪੁਲਿਸ ਨੇ ਮਾਰ ਦੇਣਾ ਕਿ ਖਾੜਕੂਆਂ ਨੇ ਮਾਰ ਦੇਣਾ, ਕੋਈ ਪਿਸ਼ਾਬ ਕਰਨ ਨਹੀਂ ਬਾਹਰ ਨਿਕਲਦਾ, ਕੋਈ ਬੰਬੀ ਚਲਾਉਣ ਨਹੀਂ ਰਾਤ ਨੂੰ ਜਾਂਦਾ। ਇਹ ਹਾਲਤ ਰਹੀ 15 ਸਾਲ ਪੰਜਾਬ ਦੀ। ਫੈਕਟਰੀਆਂ ਇੱਥੋਂ ਬੰਦ ਹੋ ਗਈਆਂ, ਜਿਹੜੇ ਫੈਕਟਰੀਆਂ ਦੇ ਮਾਲਕ ਸੀ ਉੱਜੜ ਗਏ, ਕੁਝ ਮਾਰ ਦਿੱਤੇ ਗਏ, ਰੁਜ਼ਗਾਰ ਬੰਦ ਹੋ ਗਏ, ਸਭ ਕੁਛ ਇੱਥੇ ਬੜਾ ਕੁਛ ਲੱਗ ਜਾਣਾ ਸੀ ਉਹਨੂੰ। ਤੇ 50 ਸਾਲ ਅਸੀਂ ਪੰਜਾਬ ਨੂੰ ਪਿੱਛੇ ਪਾ ਦਿੱਤਾ ਭਾਈ। ਗਾਂ ਹੁਣ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕੋਈ ਰਹਿਮਤਾਂ ਕਰਨ ਭਾਈ। ਇਹੋ ਜਿਹਾ ਕੌਮ ਦੇ ਉੱਤੇ ਜਿਹੜਾ ਦਿਖਾਂਤ ਵਾਪਰਿਆ 84 ਜੂਨ ਤੇ ਨਵੰਬਰ 84, ਇਹ ਕਿਸੇ ਨੂੰ ਧਰਤੀ 'ਤੇ ਵੇਖਣਾ ਨਾ ਮਿਲੇ। ਜਿਨ੍ਹਾਂ ਦੇ ਉੱਤੇ ਵਾਪਰਿਆ, ਜਿਨ੍ਹਾਂ ਦੀਆਂ ਕੋਠੀਆਂ ਸੀ ਦਿੱਲੀ ਵਿੱਚ, ਉਹ ਸਾੜ ਦਿੱਤੀਆਂ ਗਈਆਂ, ਕਾਰੋਬਾਰ ਸਾੜ ਦਿੱਤੇ। ਉਹ ਫੜੀਆਂ 'ਤੇ ਵਿਚਾਰੇ ਸਬਜ਼ੀਆਂ ਪਏ ਵੇਚਦੇ ਨੇ। ਜਿਨ੍ਹਾਂ ਦੇ ਕਾਰੋਬਾਰ ਸੀ ਦਿੱਲੀ 'ਚ, ਉਹ ਫੜੀਆਂ 'ਤੇ ਅੱਜ ਸਬਜ਼ੀਆਂ ਪਏ ਵੇਚਦੇ ਨੇ। ਤੇ ਜਿਹੜੇ ਲਫੰਡਰ ਸੀ, ਉਹਨਾਂ ਨੇ ਸ਼ਹੀਦਾਂ ਦੇ ਨਾਂ 'ਤੇ ਪੈਸੇ ਇਕੱਠੇ ਕਰਕੇ ਕੋਠੀਆਂ ਪਾ ਲਈਆਂ। ਉਹਨਾਂ ਦਾ ਕੌਣ ਜ਼ਿੰਮੇਵਾਰ ਆ ਭਾਈ, ਜਿਹੜਾ ਦਿੱਲੀ ਸਾਡੀ ਕੌਮ ਬਰਬਾਦ ਹੋ ਗਈ? ਸਾਡੀਆਂ ਕੌਮ ਦੀਆਂ ਧੀਆਂ ਭੈਣਾਂ ਅਜੇ ਤੱਕ ਰੋ ਰਹੀਆਂ ਨੇ, ਕੋਈ ਇਨਸਾਫ ਨਹੀਂ ਹੋਇਆ। ਕੋਈ ਕੌਮ ਦਾ ਆਗੂ ਅੱਗੇ ਆਇਆ ਹੀ ਨਹੀਂ ਵੀ ਤੁਸੀਂ ਘਰਾਂ 'ਚ ਬੈਠੋ, ਤੁਸੀਂ ਵਿਧਵਾ ਹੋ ਗਈਆਂ ਨੇ, ਇਹ ਅਸੀਂ ਅਦਾਲਤਾਂ ਵਿੱਚ ਜਾਵਾਂਗੇ, ਤੁਸੀਂ ਕਿਉਂ ਜਾਓ? ਤੁਹਾਡੇ ਮਾਂ ਨਹੀਂ ਰਿਹਾ, ਕੋਈ ਪਿਓ ਨਹੀਂ ਰਿਹਾ, ਸਹੁਰਾ ਨਹੀਂ ਰਿਹਾ, ਕੋਈ ਭਰਾ ਨਹੀਂ ਰਿਹਾ, ਕੋਈ ਪਤੀ ਨਹੀਂ ਰਿਹਾ, ਤੇ ਤੁਸੀਂ ਅਦਾਲਤਾਂ 'ਚ ਧੱਕੇ ਖਾਂਦੀਆਂ ਫਿਰਦੀਆਂ। ਅਸੀਂ ਕਾਹਦੇ ਵਾਸਤੇ ਜਥੇਦਾਰ ਕੌਮਾਂ ਦੇ ਬਣੇ ਹੋਏ ਆ? ਲਈ ਕਿਸੇ ਨੇ ਸਾਰ ਉਹਨਾਂ ਵਿਧਵਾ ਦੀ ਨਾ। ਇਸ ਕਰਕੇ ਭਾਈ ਜਿਸ ਤਨ ਲਾਗੇ ਸੋਈ ਜਾਣੇ। ਇਹ ਤਾਂ ਜਿਨ੍ਹਾਂ ਦੇ ਬਰਬਾਦ ਹੋਏ ਨੇ, 3 ਪੀੜ੍ਹੀਆਂ ਬਰਬਾਦ ਹੋ ਗਈਆਂ, ਉਹਨਾਂ ਨੂੰ ਪੁੱਛੋ ਕੀ ਸੀ? ਐਵੇਂ ਜਣਾ ਖਣਾ ਉੱਠ ਕੇ ਨੌਜਵਾਨ ਫੇਸਬੁੱਕਾਂ ਦੇ ਉੱਤੇ ਤੇ ਗੱਲਾਂ ਕਰੀ ਜਾਂਦਾ। ਅਰਦਾਸ ਕਰੋ ਗੁਰੂ ਰਾਮਦਾਸ,
ਇਹੋ ਜਿਹਾ ਸਮਾਂ ਕਦੀ ਵੀ ਕੌਮ ਦੇ ਉੱਤੇ ਨਾ ਆਵੇ। ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ ਭਾਈ। ਮੈਂ ਇਸੇ ਕਰਕੇ ਉਹ ਗੱਲ ਕਹਿਣੀ ਨਹੀਂ ਚਾਹੁੰਦਾ, ਕਿਉਂਕਿ ਮੇਰਾ ਸੁਭਾਅ, ਮੈਂ ਸੱਚ ਬੋਲਦਾ। ਮੈਨੂੰ ਮਹਾਰਾਜ ਨੇ ਕੋਈ ਐਸਾ ਕੋਈ ਮੇਰਾ ਸੁਭਾਅ ਹੀ ਬਣਾਇਆ, ਉਹ ਸੱਚ ਦਾ ਇਵਜ ਮੇਰਾ, ਮੈਨੂੰ ਭਾਵੇਂ ਪਿੱਛੇ ਵੀ ਰਹਿਣਾ ਪੈ ਗਿਆ ਦੁਨੀਆ 'ਚ, ਕੋਈ ਬਾਤ ਨਹੀਂ, ਮੇਰਾ ਸੁਭਾਅ ਹੈ ਭਾਈ। ਤੇ ਮੈਂ ਤਾਂ ਹੀ ਉੱਤੇ ਕਿਸੇ ਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਲੋਕਾਂ ਨੇ ਝੂਠ ਸੁਣਾਇਆ, ਮੈਂ ਸੱਚ ਸੁਣਾਉਣਾ ਸੀ, ਤੇ ਮੈਂ ਕਿਹਾ ਮੇਰੇ ਵਾਸਤੇ ਮੁਸ਼ਕਿਲ ਖੜੀ ਕਰ ਦੇਣਗੇ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ, ਪੰਥ ਦੀ ਕੌਮ ਦੀ ਚੜ੍ਹਦੀ ਕਲਾ ਹੋਵੇ। ਤੇ ਇਹਨਾਂ ਕਹਿੰਦਾ ਦਾਸ ਖਿਮੰਦ ਜਾਚ ਕੇ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।